ਅੰਦੋਲਨ ਵੀ ਚੱਲ ਰਿਹਾ, ਸਭ ਕੁਝ ਹੈ। ਨਾਲ ਦੀ ਨਾਲ ਪੋਲੀਟੀਕਲ ਪਾਰਟੀਆਂ ਤੁਹਾਡੇ ਬਾਰੇ ਬਿਆਨ ਦੇ ਦਿੰਦੀਆਂ ਨੇ ਜਾਂ ਉਹਨਾਂ ਨੂੰ ਲੱਗਦਾ ਤੁਸੀਂ ਨਿਰਪੱਖ ਨਹੀਂ ਹੈਗੇ, ਤੁਸੀਂ ਇੱਕ ਪੱਖੀ ਹੋਗੇ। ਮੈਂ ਲੋਕਾਂ ਨੂੰ ਗੋਲ-ਮੋਲ ਗੱਲਾਂ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦਾ। ਤੋ ਜੇ ਕੋਈ ਇਹਨੂੰ ਗਲਤ ਸਮਝਦਾ ਉਹਦੀ ਆਪਣੀ ਇੱਛਾ। ਗੱਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਆ ਕੇ ਕਿਉਂ ਕੀਤੀ ਚੰਡੀਗੜ੍ਹ ਰਾਜੇਵਾਲ ਸਾਹਿਬ ਨੇ, ਬਾਕੀ ਵੀ ਤਾਂ ਇੰਨੇ ਲੀਡਰ ਨੇ, ਉਹਨਾਂ ਦੀ ਬੜੇ ਸਤਿਕਾਰ ਕਰਦੇ ਆ ਤੁਹਾਨੂੰ ਕਿਹਾ, ਪਰ ਕਿਉਂ ਇਸ ਤਰ੍ਹਾਂ ਆ ਕੇ ਬੋਲੇ ਨੇ? ਵੀਡੀਓਜ਼ ਜਾਰੀ ਕਰਕੇ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਇਹਦਾ ਜਵਾਬ ਦੇਣਾ ਬਹੁਤ ਜ਼ਰੂਰੀ ਸੀ। ਸਾਡੇ ਕੋਲ ਇਹਨਾਂ ਦੇ ਜਿਹੜੇ ਲੀਡਰਸ ਨੇ, ਇਹਨਾਂ ਦੇ ਜਿਹੜੇ ਲੀਡਿੰਗ ਫਿਗਰਸ ਨੇ, ਉਹਨਾਂ ਦੀਆਂ ਸ਼ਰਾਬ ਦੀਆਂ ਬੋਤਲਾਂ ਕਾਰਾਂ 'ਚ ਪਈਆਂ, ਗਲਾਸ ਖਾਲੀ ਪਏ, ਕੁਝ ਨਮਕੀਨ ਪਿਆ, ਉਹ ਸਾਡੇ ਕੋਲ ਵੀਡੀਓਜ਼ ਹੈਗੀਆਂ। ਤੁਸੀਂ ਪ੍ਰੈਸ ਕਾਨਫਰੰਸ ਕੀਤੀ, ਉਹ ਸਪੈਸ਼ਲ ਪ੍ਰੈਸ ਕਾਨਫਰੰਸ ਦੀ ਲੋੜ ਕਿਉਂ ਪਈ? ਤੁਹਾਨੂੰ ਕਿਉਂ ਲੱਗਿਆ ਵੀ ਸਪੈਸ਼ਲ ਪ੍ਰੈਸ ਕਾਨਫਰੰਸ ਹੋਣੀ ਚਾਹੀਦੀ ਹੈ? ਪਹਿਲਾਂ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਉਹਦੇ ਨਾਲ ਮੈਂ ਹਲਟ ਹੋਇਆ। ਮੈਨੂੰ ਲੱਗਿਆ ਵੀ ਸਾਡੇ ਮੋਰਚੇ 'ਤੇ ਅਟੈਕ ਕੀਤਾ ਇਹਨਾਂ ਨੇ। ਮੈਂ ਫਿਰ ਉਹ ਸੱਚ ਕਹਿ ਦਿਆਂ, ਇਹ ਕੋਈ ਸਾਡੀ ਸਪੋਰਟ 'ਤੇ ਨਹੀਂ ਸੀ ਗਏ, ਇਹ ਤਾਂ ਅਕਾਲੀ ਦਲ ਜਿੰਦਾਬਾਦ ਕਰਨ ਗਏ ਸੀ। ਤਾਂ ਫਿਰ ਜੇ ਇਹ ਸੱਚ ਕਹਿ ਦਿਓ ਫਿਰ ਉਹਨਾਂ ਨੂੰ ਬੁਰਾ ਲੱਗਦਾ, ਇਹ ਮੈਨੂੰ ਅਫਸੋਸ ਹੈ। ਕਹਿੰਦੇ ਸਾਡੇ ਖਿਲਾਫ ਸਾਜ਼ਿਸ਼ ਹੁੰਦੀ ਹੈ, ਪੰਥਕ ਪਾਰਟੀ ਨੂੰ ਡੀਰੀਲ ਕਰਨ ਲਈ ਏਜੰਸੀਆਂ ਲੱਗੀਆਂ ਨੇ, ਪੰਥਕ ਪਾਰਟੀ ਨੂੰ ਡੀਰੀਲ ਕਰਨ ਲਈ ਬਹੁਤ ਸਾਰੇ ਲੋਕ ਲੱਗੇ ਹੋਏ ਨੇ, ਤੁਹਾਡੇ ਤੇ ਆ ਕੇ ਵੀ ਵਰ ਜਾਂਦੇ ਨੇ। ਜਿਹੜਾ ਪੰਥ ਉਹ ਕਹਿੰਦੇ ਨੇ ਨਾ, ਮੈਂ ਉਹ ਪੰਥ ਦਾ ਧਾਰਨੀ ਨਹੀਂ, ਮੈਂ ਵੀ ਅੰਮ੍ਰਿਤਧਾਰੀ ਹਾਂ। ਮੈਂ ਗੁਰੂ ਸਾਹਿਬ ਦੀ ਫਿਲਾਸਫੀ ਦਾ ਕੱਟੜ ਸਮਰਥਕ ਹਾਂ, ਉਹਦੀ ਲੀਹਾਂ 'ਤੇ ਚੱਲਣ ਵਾਲਾ। ਮੈਨੂੰ ਉਹਨੂੰ ਬਦਨਾਮ ਕਰਕੇ ਕੁਝ ਨਹੀਂ ਲੱਭਦਾ, ਤੇ ਮੇਰਾ ਅਕਾਲੀ ਦਲ ਨਾਲ ਕੋਈ ਵਿਰੋਧ ਨਹੀਂ। ਹਿੰਦੂ ਮਾਇਰਾ ਕਹਿੰਦੇ ਸਾਡੇ ਨਾਲ ਸਮੱਸਿਆ ਕਿ ਅਸੀਂ ਤਾਂ ਅੰਦੋਲਨ ਨੂੰ ਮਜ਼ਬੂਤ ਹੀ ਕਰ ਰਹੇ ਹਾਂ ਨਾ, ਅਸੀਂ ਤਾਂ ਮਜ਼ਬੂਤ ਕਰਨ ਗਏ ਸੀ ਅੰਦੋਲਨ ਨੂੰ, ਅਸੀਂ ਕੋਈ ਅੰਦੋਲਨ ਦੇ ਵਿਰੋਧੀ ਤਾਂ ਨਹੀਂ ਆ, ਪਰ ਫਿਰ ਵੀ ਸਾਡੇ ਨਾਲ ਭੇਦਭਾਵ ਪਤਾ ਨਹੀਂ ਕਿਉਂ ਆਗਾ। ਉਹਨਾਂ ਨੂੰ ਇਹ ਲੱਗਦਾ ਹੈ, ਪਰ ਮੈਨੂੰ ਦੱਸਿਓ ਹੁਣ ਉਹਨਾਂ ਨੇ ਮਜ਼ਬੂਤ ਕੀਤਾ ਅੰਦੋਲਨ ਨੂੰ ਬਦਨਾਮ ਕਰਕੇ? ਅੰਦੋਲਨ ਦੀ ਬਦਨਾਮੀ ਉਹਨੂੰ ਮਜ਼ਬੂਤ ਕਰਨਾ ਹੈ? ਜੇ ਇਹ ਪੈਮਾਨਾ ਤਾਂ ਮੈਂ ਉਹਨਾਂ ਨਾਲ ਸਹਿਮਤ। ਜਿਹੜੇ ਬੰਦਿਆਂ ਨੇ ਮੰਨ ਲਓ ਜਿਵੇਂ ਕੁਝ ਵੀਡੀਓ ਅਕਾਲੀ ਦਲ ਨੇ ਜਾਰੀ ਕੀਤੇ ਆ, ਉਹ ਹੋਣਾ ਚਾਹੀਦਾ ਸੀ, ਨਹੀਂ ਹੋਣਾ ਚਾਹੀਦਾ ਸੀ? ਇਹਨਾਂ ਦਾ ਅਕਾਲੀ ਦਲ ਦਾ ਕਿਹੜਾ ਆਈਟੀ ਵਿੰਗ ਭਲਾ ਮਾਨਸ ਹੈ? ਮੈਂ 1 ਮਹੀਨੇ ਤੋਂ ਜਦੋਂ ਮੋਗੇ ਵਾਲਾ ਕਾਂਡ ਹੋਇਆ, ਇੰਨੀਆਂ ਗਾਲਾਂ ਖਾਧੀਆਂ ਇਹਨਾਂ ਕੋਲੋਂ, SOI ਵਾਲਿਆਂ ਕੋਲੋਂ ਤੇ ਇਹਨਾਂ ਦੇ IT ਸੈੱਲ ਤੋਂ। ਇਹ ਕਿਤੇ ਸੌਖਾ ਕੰਮ ਹੈ? ਅਕਾਲੀਆਂ ਨੂੰ ਐਂ ਲੱਗਦਾ ਵੀ ਸਾਡੇ ਨਾਲ ਜਿਹੜਾ ਹੈਗਾ ਬਹੁਤ ਹੀ ਜ਼ਬਰਦਸਤ ਭੇਦਭਾਵ, ਔਰ ਉਹਨਾਂ ਨੂੰ ਲੱਗਦਾ ਵੀ ਇੱਕ ਤਰ੍ਹਾਂ ਦੇ ਮੋਰਚਾ ਡਿਕਟੇਟਰ ਤੁਸੀਂ ਹੋ ਤੇ ਤੁਸੀਂ ਕਰਦੇ ਹੋ। ਇਹਨਾਂ ਨੂੰ ਐਵੇਂ ਗਲਤਫਹਿਮੀ ਹੈ, ਜੇ ਇਹਨਾਂ ਦੀ ਸਰਕਾਰ ਹੁੰਦੀ ਇਹ ਛੋਟ ਅਸੀਂ ਇਹਨਾਂ ਨੂੰ ਵੀ ਦੇਣੀ ਸੀ। ਉਹ ਕਹਿੰਦੇ ਗੁਰਾਹਾਂ ਨਾਲ ਤਾਂ ਸਾਡੀ ਗੱਲ ਹੁੰਦੀ ਹੈ, ਗੁਰਾਹਾਂ ਤਾਂ ਕਹਿੰਦੇ ਭਾਈ ਅਸੀਂ ਤਾਂ ਕੋਈ, ਉਹ ਕਹਿੰਦੇ ਰਾਜੇਵਾਲ ਰਾਜਨੇਤਾ ਬਣ ਚੁੱਕੇ ਨੇ, ਪੋਲੀਟੀਕਲ ਸਟੇਟਮੈਂਟਾਂ ਦਿੰਦੇ ਨੇ। ਚਲੋ ਜੋ ਮਰਜ਼ੀ ਆਖਣ, ਪਰ ਮੈਨੂੰ ਨਹੀਂ ਲੱਗਦਾ ਜੋਗਿੰਦਰ ਸਿੰਘ ਗੁਰਾਹਾਂ ਸਾਡੇ ਨਾਲ ਹੀ ਨੇ, ਉਹਨਾਂ ਨਾਲ ਕਦੇ ਗੱਲ ਹੋਈ ਉਹ ਮੈਨੂੰ ਨਹੀਂ ਪਤਾ। ਸੱਚੇ ਸੌਦੇ ਵਾਲੇ ਨਾਲ ਕੀ ਸੰਬੰਧ ਨੇ? ਲੋਕਾਂ ਨੂੰ ਕਲੀਅਰ ਕਰ ਦਿਓ। ਲੋਕ ਇਹਨਾਂ ਗੱਲਾਂ ਤੋਂ ਗੁੱਸੇ ਨੇ, ਪੰਜਾਬ ਦੇ ਲੋਕ ਐਡਾ ਲੰਬਾ ਸਮਾਂ ਇਹਨਾਂ ਨੇ ਰਾਜ ਕੀਤਾ ਹੈ। ਇਹੀ ਜਿਹੀਆਂ ਗੱਲਾਂ ਤਾਂ ਸਾਰੀਆਂ ਕਾਂਗਰਸ ਨੇ 84 ਕੀਤਾ, ਆਮ ਆਦਮੀ ਪਾਰਟੀ ਬਾਰੇ ਵੀ ਸਵਾਲ ਉੱਠਦੇ ਨੇ, ਬਾਕੀ ਪਾਰਟੀਆਂ ਬਾਰੇ ਵੀ ਕੱਢ ਕੇ ਸਾਡੇ ਵਾਲਾ ਲੈ ਆਉਂਦੇ ਨੇ ਕਿ ਬਾਕੀਆਂ ਨਾਲ ਨਹੀਂ ਲਿਆਉਂਦੇ। 84 ਕੀਤਾ, ਅੱਜ ਵੀ ਲੋਕ 84 ਭੁੱਲੇ ਨਹੀਂ। ਬਹੁਤ ਸਾਰੀ ਗਿਣਤੀ ਹੈ, ਵੱਡੀ ਗਿਣਤੀ ਹੈ ਜਿਹੜੀ ਅੱਜ ਵੀ 84 ਨੂੰ ਯਾਦ ਕਰਕੇ ਕਾਂਗਰਸ ਨੂੰ ਵੋਟ ਨਹੀਂ ਪਾਉਂਦੀ। ਇਹਨੇ ਕਿਹਾ ਮੈਂ ਤੀਰਥ ਸਥਾਨ ਆ ਮੇਰੇ ਲਈ ਮੋਰਚਾ, ਜੇ ਆਉਂਦੇ ਆ ਤੁਸੀਂ ਸਵਾਗਤ ਕਰੋਗੇ? ਬਾਕੀ ਜਿੱਦਾਂ ਪੋਲੀਟੀਸ਼ੀਅਨ ਆਉਂਦੇ ਨੇ ਉੱਦਾਂ ਹੀ ਆਵੇ, ਜੀ ਸਦਕੇ ਆ ਕੇ ਬੈਠੇ, ਲੋਕਾਂ ਦੀਆਂ ਗੱਲਾਂ ਸੁਣੇ, ਚਲਾ ਜਾਏ। ਪਰ ਅਸੀਂ ਸਟੇਜ ਸ਼ੇਅਰ ਕਿਸੇ ਨਾਲ ਨਹੀਂ ਕੀਤੀ, ਚਾਹੇ ਕੋਈ ਕਿੱਡਾ ਵੱਡਾ ਹੋਵੇ। ਚੰਨੀ ਨੇ ਤਾਂ ਚਲੋ ਕਿਹਾ ਜੇ ਸੁਖਬੀਰ ਬਾਦਲ ਆਉਣਾ ਚਾਹੁੰਦੇ ਨੇ, ਜੇ ਅਰਵਿੰਦ ਕੇਜਰੀਵਾਲ ਆਉਣਾ ਚਾਹੁੰਦੇ ਨੇ, ਕੋਈ ਵੀ ਆਵੇ ਤੁਹਾਡੇ ਵੱਲੋਂ ਖੁੱਲ੍ਹਾ ਸੱਦਾ। ਲੋਕਾਂ ਦੇ ਵਿੱਚ ਬੈਠਣ, ਆਪਣੀ ਹਾਜ਼ਰੀ ਲਵਾਉਣ, ਚਲੇ ਜਾਣ, ਪਰ ਅਸੀਂ ਕਿਸੇ ਨੂੰ ਸਪੈਸ਼ਲ ਸਟੇਟਸ ਦੇ ਕੇ ਉਹਨੂੰ ਹਾਰ ਲੈ ਕੇ ਨਹੀਂ ਰਿਸੀਵ ਕਰਨਾ। ਸਾਡੇ ਲਈ ਸਾਰੇ ਬਰਾਬਰ। ਉਹਨਾਂ ਨਾਲ ਡੀਲ ਜਿਹੜੀ ਗੱਲ ਹੈ ਕਿ ਜਿਹੜੇ ਗੜਬੜ ਕਰਨ ਵਾਲੇ, ਤੁਹਾਨੂੰ ਲੱਗਦਾ ਜਾਣਬੁੱਝ ਕੇ, ਤੁਹਾਡੇ ਮੁਤਾਬਕ ਉਹ ਜਾਣਬੁੱਝ ਕੇ ਗੜਬੜ ਕਰਦੇ ਨੇ? ਕੁਝ ਲੋਕ ਇਹੋ ਜਿਹੇ ਜਿਹੜੇ ਏਜੰਸੀਆਂ ਨੇ ਛੱਡੇ ਹੋਏ ਨੇ। ਦੇਖੋ ਜੀ, ਐਡਾ ਵੱਡਾ ਸਮਾਜ ਹੈ, ਇਹਦੇ 'ਚ ਹਰ ਤਰ੍ਹਾਂ ਦਾ ਐਲੀਮੈਂਟ ਹੈਗਾ ਅਵੇਲੇਬਲ। ਤੋ ਜੇ ਤੁਸੀਂ ਇਹ ਕਹੋ ਹਰ ਤਰ੍ਹਾਂ ਤੁਸੀਂ ਓਮਨੀ ਪ੍ਰੈਜ਼ੈਂਟ ਤਾਂ ਹੋ ਨਹੀਂ, ਵੀ ਜਿੱਥੇ ਕੋਈ ਗੜਬੜ ਹੋਣੀ ਹੈ ਤੁਸੀਂ ਉੱਥੇ ਜਦੇ ਖੜੇ ਹੋ ਜਾਓ। ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ, ਹਰ ਫੱਟੜ ਮੱਥਾ ਨਹੀਂ ਝੁਕਦਾ, ਹਰ ਛਲ ਬੰਨ ਲਾਇਆ ਨਹੀਂ ਰੁਕਦੀ। ਇਹ ਲਾਈਨਾਂ ਕਿਸਾਨ ਅੰਦੋਲਨ ਤੇ ਪੂਰੀ ਤਰ੍ਹਾਂ ਢੁਕਦੀਆਂ ਨੇ। ਸਰਕਾਰਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ, ਬਹੁਤ ਕੁਝ ਹੋਇਆ, ਪਰ ਕਿਸਾਨ ਡਟੇ ਹੋਏ ਨੇ, ਕਿਉਂਕਿ ਸਵਾਲ ਹੋਂਦ ਦਾ ਕਿਸਾਨਾਂ ਨੂੰ ਲੱਗਦਾ ਸਾਡੀ ਜ਼ਮੀਨ ਚਲੀ ਗਈ ਤਾਂ ਸਾਡੀ ਹੋਂਦ
ਖਤਮ ਹੋ ਜਾਏਗੀ। ਸਾਡੇ ਨਾਲ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ, ਉਹਨਾਂ ਤੋਂ ਪੁੱਛਦੇ ਹਾਂ ਕਿੱਧਰ ਜਾ ਰਿਹਾ ਕਿਸਾਨ ਅੰਦੋਲਨ ਤੇ ਅਗਲੀ ਰਣਨੀਤੀ ਕੀ ਹੈ ਔਰ ਸਰਕਾਰ ਕੀ ਕਰ ਰਹੀ ਹੈ। ਸਵਾਗਤ ਹੈ ਰਾਜੇਵਾਲ ਸਾਹਿਬ ਤੁਹਾਡਾ। ਬਹੁਤ ਮਿਹਰਬਾਨੀ। ਸਭ ਤੋਂ ਪਹਿਲਾ ਸਵਾਲ ਰਾਜੇਵਾਲ ਸਾਹਿਬ ਇਹੀ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਕੀ ਪ੍ਰੋਗਰਾਮ ਨੇ ਤੁਹਾਡੇ, ਔਰ ਦੂਜੀ ਗੱਲ ਸਰਕਾਰ ਕਿੱਥੇ ਖੜੀ ਹੈਗੀ? ਸਰਕਾਰ ਦਾ ਰਵੱਈਆ ਉਹੀ ਹੈ ਜੋ ਪਹਿਲਾਂ ਸੀ। ਰਾਜ ਹੱਠ ਵਿੱਚ ਫਸੀ ਹੈ ਸਰਕਾਰ। ਉੱਦਾਂ ਇੱਕ ਇੱਕ ਮੰਗ ਦੇ ਉੱਤੇ ਵਿਚਾਰ ਬਹੁਤ ਵਿਸਤਾਰ 'ਚ ਹੋ ਚੁੱਕੀ, ਔਰ ਉਹ ਤਕਰੀਬਨ ਸਭ ਕੁਝ, ਤਕਰੀਬਨ ਨਹੀਂ ਪੂਰਾ ਹੀ ਸਭ ਕੁਝ ਮੰਨਦੇ ਨੇ ਵੀ ਜੋ ਅਸੀਂ ਕਹਿ ਰਹੇ ਹਾਂ ਉਹ ਦਰੁਸਤ ਹੈ। ਪਰ ਉਹਨਾਂ ਨੂੰ ਲੱਗਦਾ ਹੈ ਵੀ ਜੇ ਇਹ ਇੱਕਦਮ ਆਮ ਤੌਰ ਤੇ ਜਿੰਨੇ ਕਾਨੂੰਨ ਰਿਪੀਲ ਹੁੰਦੇ ਨੇ, ਜੋ ਕਹਿੰਦੇ ਨੇ ਵੀ ਉਹ 30 ਸਾਲ 40 ਸਾਲ 50 ਸਾਲ ਬਾਅਦ ਰਿਪੀਲ ਹੁੰਦੇ ਨੇ, ਇਹ ਕਾਨੂੰਨ ਬਣਦੇ ਸਾਰੀ ਰਿਪੀਲ ਹੋ ਗਏ ਤਾਂ ਉਹਨਾਂ ਨੂੰ ਇਹਦੇ ਵਿੱਚ ਆਪਣੀ ਬੇਇੱਜ਼ਤੀ ਮਹਿਸੂਸ ਹੁੰਦੀ ਹੈ। ਉਹ ਕਦੀ ਉਹ ਕਹਿੰਦੇ ਨੇ ਦੇਖੋ ਜੀ ਸਾਡੀ ਇੱਜ਼ਤ ਬਚਾਉਣ ਵਾਸਤੇ ਕੋਈ ਛੋਟਾ ਮੋਟਾ ਹੱਲ, ਕੋਈ ਅੱਧਾ ਕਦਮ ਪਿੱਛੇ ਹਟ ਜਾਓ ਤੇ ਅਸੀਂ ਤੁਹਾਡੀਆਂ ਬਾਕੀ ਸਾਰੀਆਂ ਅਸੀਂ ਮੰਨ ਲੈਂਦੇ ਹਾਂ। ਉਹ ਆਪਣੇ ਜਿਹੜਾ ਈਗੋ ਹੈ ਉਹਦੇ ਵਿੱਚੋਂ ਬਾਹਰ ਨਹੀਂ ਨਿਕਲ ਰਹੇ। ਅਦਰਵਾਈਜ਼ ਹੁਣ ਮੰਗਾਂ ਦੇ ਉੱਤੇ ਕੋਈ ਸਵਾਲ ਜਾਂ ਬਹਿਸ ਕਰਨ ਨੂੰ ਕੁਝ ਨਹੀਂ ਰਹਿ ਗਿਆ। ਇਹ ਸਭ ਕੁਝ ਉਹ ਮੰਨ ਚੁੱਕੇ ਨੇ। ਤੇ ਬਾਕੀ ਸਰਕਾਰਾਂ ਜੋ ਕਰਦੀਆਂ ਨੇ ਅੰਦੋਲਨ ਨੂੰ ਡੀਰੇਲ ਕਰਨ ਵਾਸਤੇ ਵੀ ਉਹਨਾਂ ਨੇ ਕੋਸ਼ਿਸ਼ਾਂ ਕਰਕੇ ਦੇਖ ਲਈਆਂ, ਉਹ ਵੀ ਸਫਲ ਨਹੀਂ ਹੋਏ। ਤੇ ਪਤਾ ਨਹੀਂ ਹੁਣ ਉਹ ਕਦੋਂ ਸੱਦਦੇ ਨੇ। ਅਸੀਂ ਤਾਂ ਹਮੇਸ਼ਾ ਗੱਲਬਾਤ ਲਈ ਤਿਆਰ ਹਾਂ। ਮੈਨੂੰ ਲੱਗਦਾ ਹੈ ਵੀ ਉਹਨਾਂ ਨੂੰ ਇਹ ਰਾਜ ਹੱਟ ਛੱਡ ਕੇ, ਹੱਟ ਧਰਮੀ ਛੱਡ ਕੇ ਕਿਸਾਨਾਂ ਨੂੰ ਨਹੀਂ ਬਿਠਾਉਣਾ ਚਾਹੀਦਾ ਉੱਥੇ। ਉਹਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ। ਪਤਾ ਲੱਗਿਆ ਸੀਗਾ ਕਿ ਸਰਕਾਰ ਕਿਤੇ ਨਾ ਕਿਤੇ ਲੀਨੀਅੰਟ ਹੋਈ ਹੈ, ਗੱਲ ਕਰਨਾ ਚਾਹੁੰਦੀ ਹੈ, ਕੁਝ ਪ੍ਰਪੋਜ਼ਲਾਂ ਭੇਜੀਆਂ ਗਈਆਂ ਨੇ। ਨਹੀਂ, ਹਾਲੇ ਤੱਕ ਇਹ ਬਾਹਰੀ ਨਹੀਂ, ਹਾਲੇ ਕੁਝ ਨਹੀਂ, ਆਫੀਸ਼ੀਅਲੀ ਕੁਝ ਨਹੀਂ। ਇਹ ਹਾਲੇ ਬਾਹਰੀ ਤੁਰੀਆਂ ਫਿਰਦੀਆਂ ਗੱਲਾਂ ਨੇ, ਇਸੇ ਤਰ੍ਹਾਂ ਜਿਸ ਤਰ੍ਹਾਂ ਤੁਹਾਡੇ ਕੋਲ ਆਈਆਂ, ਸਾਡੇ ਕੋਲ ਆਈਆਂ। ਤੇ ਅਸਲ ਵਿੱਚ ਜ਼ਮੀਨ ਤੇ ਹਾਲੇ ਕੁਝ ਨਹੀਂ ਹੈ। ਰਾਜਾ ਸਾਹਿਬ, ਆਉਣ ਵਾਲੇ ਦਿਨਾਂ 'ਚ ਜਿਵੇਂ ਨਵੰਬਰ ਮਹੀਨਾ ਵੀ ਆ ਰਿਹਾ ਹੈਗਾ ਔਰ ਨਵੰਬਰ 'ਚ ਹੀ ਅੰਦੋਲਨ ਪਹੁੰਚਿਆ ਸੀਗਾ ਦਿੱਲੀ, ਉਹਨੂੰ ਲੈ ਕੇ ਕੋਈ ਤਿਆਰੀਆਂ ਕੀਤੀਆਂ ਨੇ ਹੁਣ ਤੁਸੀਂ? ਜੇ ਸਰਕਾਰ ਉਦੋਂ ਤੱਕ ਨਹੀਂ ਮੰਨਦੀ? ਦੇਖੋ 27 ਤਾਰੀਖ ਨੂੰ ਅਸੀਂ ਸਾਰੇ ਦੇਸ਼ ਵਿੱਚ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਉਹਨੂੰ ਬਹੁਤ ਭਰਮਾ ਹੁੰਗਾਰਾ ਮਿਲ ਰਿਹਾ ਹਰ ਸਟੇਟ ਵਿੱਚੋਂ, ਔਰ ਬਹੁਤ ਥਾਵਾਂ ਤੋਂ, ਜਿਵੇਂ ਕੰਨਿਆ ਕੁਮਾਰੀ ਤੋਂ ਇੱਕ ਵੱਡਾ ਜੱਥਾ ਤਾਮਿਲਨਾਡੂ ਤੇ ਕਰਨਾਟਕ ਦੇ ਕਿਸਾਨਾਂ ਦਾ ਚੱਲਿਆ ਹੋਇਆ ਤੇ ਉਹ ਇੱਥੇ ਦਿੱਲੀ ਮੋਰਚੇ ਦੇ ਵਿੱਚ ਪਹੁੰਚ ਰਿਹਾ। ਇਸੇ ਤਰ੍ਹਾਂ ਇੱਕ ਜੱਥਾ ਉੜੀਸਾ 'ਚੋਂ ਚੱਲਿਆ ਹੋਇਆ ਉਹ ਬਨਾਰਸ ਪਹੁੰਚੇਗਾ। ਇੱਕ ਜੱਥਾ ਕੇਰਲਾ ਤੋਂ ਚੱਲਿਆ ਉਹ ਵੀ ਇੱਥੇ ਆਏਗਾ। ਤੋ ਇਸ ਤਰ੍ਹਾਂ ਅਲੱਗ-ਅਲੱਗ ਥਾਵਾਂ ਤੋਂ, ਜਿਸ ਤਰ੍ਹਾਂ ਪੁਣਦਈ ਦੇ ਨਾ ਸਾਰੇ ਖਾਕੇ ਨੂੰ ਤੇ ਦੇਸ਼ ਦੇ ਖਾਕੇ ਦੇ ਉੱਤੇ ਦੀ ਲਕੀਰਾਂ ਮਾਰ ਕੇ ਅਸੀਂ ਜੱਥੇ ਇੱਦਾਂ ਸਿੱਧੇ ਤੋਰੇ ਹੋਏ ਨੇ ਦਿੱਲੀ ਨੂੰ, ਔਰ ਉਹ ਪ੍ਰਚਾਰ ਕਰਦੇ ਚਲੇ ਆਉਂਦੇ ਨੇ। ਤੋ ਮੈਨੂੰ ਲੱਗਦਾ ਵੀ ਇਹਦੇ ਨਾਲ ਸਾਰੇ ਦੇਸ਼ ਵਿੱਚ ਇੱਕ ਬਹੁਤ ਵੱਡਾ ਹੁਲਾਰਾ ਮਿਲੇਗਾ ਅੰਦੋਲਨ ਨੂੰ। ਵੈਸੇ ਤਾਂ ਸਾਰੀਆਂ ਸਟੇਟਾਂ ਵਿੱਚ ਸਰਗਰਮੀ ਪੂਰੀ ਫੈਲ ਚੁੱਕੀ ਹੈ, ਪਰ ਜਿੱਥੇ ਥੋੜ੍ਹਾ ਬਹੁਤਾ ਕਮੀ ਹੋਏਗੀ ਇਹ 27 ਦੇ ਬੰਦ ਨਾਲ ਉਹ ਵੀ ਪੂਰੀ ਹੋ ਜਾਏਗੀ। 2022 ਸਾਹਮਣੇ ਆ ਰਿਹਾ ਹੈਗਾ, ਕੁਝ ਲੋਕਾਂ ਨੂੰ ਇਹ ਖਦਸ਼ਾ ਕਿਤੇ ਪੰਗੇ ਨਾ ਪੈ ਜਾਣ, ਅੰਦੋਲਨ ਉਹ ਤੋਂ ਪਹਿਲਾਂ ਹੱਲ ਹੋ ਜੇ ਮਸਲਾ ਤਾਂ ਠੀਕ ਹੈ। 2022 ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਤੁਹਾਡੀ ਵੀ ਤਾਂ ਕੋਈ ਅਸੈਸਮੈਂਟ ਹੋਏਗੀ ਜਦੋਂ ਮੀਟਿੰਗਾਂ ਕਰਦੇ ਹੋਵੋਗੇ। ਦੇਖੋ ਜੀ, ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਹੈ, ਇਹ ਯਾਦਵਿੰਦਰ ਜੀ, ਮੀਟਿੰਗਾਂ ਦੇ ਵਿੱਚ ਉਹਨਾਂ ਦੇ ਕੋਲ ਕਹਿਣ ਨੂੰ ਕੁਝ ਨਹੀਂ ਹੈ। ਇੰਨੀ ਬਾਰੀਕੀ 'ਚ ਬਹਿਸ ਹੋ ਚੁੱਕੀ, ਇਹ ਹੁਣ ਉਹ ਮੰਨਦੇ ਨੇ ਵੀ ਹਾਂ ਇਹ ਕਾਨੂੰਨ ਗਲਤ ਬਣ ਗਏ। ਤੇ ਮੈਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ, ਮੈਨੂੰ ਹੋਰ ਉਹਨਾਂ ਦੇ ਵਿੱਚ ਕੁਝ ਨਹੀਂ ਲੱਗਦਾ। ਇੱਕ ਰਾਜ ਭਾਗ ਉਹਨਾਂ ਦੇ ਹੱਥ 'ਚ ਹੈ, ਉਹਦੀ ਆੜ ਵਿੱਚ ਉਹ ਬੈਠੇ ਨੇ ਅੜੇ ਵੀ ਅਸੀਂ ਨਹੀਂ ਪਰਵਾਹ ਕਰਦੇ। ਕਿਸਾਨਾਂ ਨੂੰ ਵੀ ਸਜ਼ਾ ਦੇ ਰਹੇ ਨੇ ਤੇ ਆਮ ਲੋਕਾਂ ਨੂੰ ਵੀ ਸਜ਼ਾ ਮਿਲ ਰਹੀ ਹੈ। ਇੱਕ ਗੱਲ ਇਹ ਹੈਗੀ ਹੈ ਕਿ ਕੋਈ ਇਹੋ ਜਿਹਾ ਗਰੁੱਪ ਹੋਏਗਾ ਜਿਹੜਾ ਜੇ 2022 ਲਈ ਖੜਾ ਹੁੰਦਾ ਹੈਗਾ ਜਾਂ 2022 'ਚ ਆਉਂਦਾ ਹੈਗਾ ਕੋਈ ਵੀ ਬੰਦੇ, ਕੀ ਤੁਸੀਂ ਉਹਨਾਂ ਨੂੰ ਕੋਈ ਸਪੋਰਟ ਕਰ ਸਕਦੇ ਹੋ? ਕਿਸਾਨ ਮੋਰਚਾ, ਚਾਹੇ ਮੋਰਚਾ ਉਦੋਂ ਤੱਕ ਰਹੇ, ਚਾਹੇ ਤੁਸੀਂ ਇੱਥੇ ਆ ਜਾਓ, ਕਿਸੇ ਚੰਗੇ ਬੰਦਿਆਂ ਨੂੰ ਕੋਈ ਸਪੋਰਟ ਕਰਨ ਦਾ ਮਨ ਹੈ ਤੁਹਾਡਾ? ਨਹੀਂ, ਅਸੀਂ ਫਿਲਹਾਲ ਜਿਹੜਾ ਜਿੰਨੀ ਕੁ ਸਾਡੀ ਆਪੋ ਵਿੱਚ ਹੀ ਚਰਚਾ ਹੁੰਦੀ ਆ ਉਹ ਇਹ ਹੈ ਵੀ ਇਸ ਮੁੱਦੇ 'ਤੇ ਹਾਲੇ ਚੁੱਪ ਰਹੋ, ਕਿਉਂਕਿ ਅਸੀਂ ਅਸਲ ਮੁੱਦੇ ਤੋਂ ਧਿਆਨ ਭਟਕ ਜਾਂਦਾ ਜਦੋਂ ਤੁਸੀਂ ਇੱਦਾਂ ਦੀਆਂ ਗੱਲਾਂ ਸੋਚਣੀਆਂ ਸ਼ੁਰੂ ਕਰਦੇ ਹੋ। ਅਸੀਂ ਪਹਿਲਾਂ ਮੋਰਚੇ ਦੀ ਜਿੱਤ ਤੱਕ ਇਹਦੇ 'ਤੇ ਕੋਈ ਫੈਸਲਾ ਨਹੀਂ ਲਵਾਂਗੇ। ਮੋਰਚਾ ਜਿੱਤ ਕੇ ਫਿਰ ਅਸੀਂ ਕੁਝ ਵੀ ਡਿਸਕਸ ਕਰ ਸਕਦੇ। ਫਿਰ ਜੇ ਜਿੱਤ ਜਾਂਦੇ ਹੋਗੇ, ਯਾਨੀ ਕੋਈ ਪਾਰਟੀ ਹੋ ਸਕਦੀ ਹੈ ਜਾਂ ਕਿਸੇ ਚੰਗੇ ਬੰਦਿਆਂ ਨੂੰ ਸਪੋਰਟ ਕਰਦੇ ਹੋ? ਤੁਸੀਂ ਲੈਸਰੀਵਲ ਕਿਹਾ ਸੀ ਕਿ ਲੈਸਰੀਵਲ ਬੰਦਿਆਂ ਨੂੰ ਉਹ ਕਰਨਾ ਚਾਹੀਦਾ। ਨਹੀਂ, ਮੈਂ ਨਹੀਂ ਕਹਿ ਸਕਦਾ, ਪਰ ਇਹ ਜ਼ਰੂਰ ਮੈਂ ਮਹਿਸੂਸ ਕਰਦਾ ਵੀ ਅੱਜ ਦੇਸ਼ ਨੂੰ ਲੋੜ ਹੈ ਇੱਥੇ ਤਬਦੀਲੀ ਦੀ। ਜੇ ਇਹਨਾਂ 5 ਰਾਜਾਂ ਵਿੱਚੋਂ ਕੋਈ ਨਵੀਂ ਲੀਡਰਸ਼ਿਪ ਇਮਰਜ ਕਰਦੀ ਹੈ, ਇਹ 24 ਵਾਸਤੇ ਇੱਕ ਆਧਾਰ ਬਣ ਜਾਏਗਾ। ਜਿਸ ਤਰ੍ਹਾਂ ਦਾ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਸਾਡਾ ਹੋ ਗਿਆ, ਉਹਦਾ ਇਖਲਾਕ ਨਹੀਂ ਰਿਹਾ।
ਲੋਕਾਂ ਤੋਂ ਟੁੱਟਿਆ ਹੋਇਆ। ਉਹਦਾ ਕੰਮ ਸਿਰਫ ਇਸ ਗੱਲ ਦਾ ਮਾਹਰ ਹੋ ਗਿਆ ਵੀ ਲੋਕਾਂ ਨੂੰ ਕਿਵੇਂ ਬੇਵਕੂਫ ਬਣਾ ਕੇ ਵੋਟਾਂ ਲਈਆਂ ਜਾ ਸਕਦੀਆਂ, ਧਰਮ ਦੇ ਨਾਂ ਤੇ ਲਈਆਂ ਜਾ ਸਕਦੀਆਂ, ਜਾਤ ਪਾਤ ਦੇ ਨਾਂ ਤੇ ਲਈਆਂ ਜਾ ਸਕਦੀਆਂ। ਉਹ ਇਸ ਤਰ੍ਹਾਂ ਦੀਆਂ ਜਿਹੜੇ ਹੱਥਕੰਡੇ ਨੇ ਉਹ ਅਪਣਾਉਣ ਲੱਗ ਪਿਆ। ਲੋਕਾਂ ਦੀਆਂ ਮੁਸ਼ਕਲਾਂ ਥਾਂ ਦੀਆਂ ਥਾਂ ਹੀ ਖੜੀਆਂ। ਨਹੀਂ ਤੁਸੀਂ ਮੈਨੂੰ ਦੱਸੋ 74 ਸਾਲ ਦੇਸ਼ ਨੂੰ ਆਜ਼ਾਦ ਹੋ ਗਏ, ਹੁਣ ਅਸੀਂ ਬੇਰੁਜ਼ਗਾਰੀ, ਅਸੀਂ ਗਰੀਬੀ ਇਹ ਨਹੀਂ ਦੇਸ਼ ਚੋਂ ਕੱਢ ਸਕੇ। ਸਾਤੋਂ ਬਾਅਦ ਬੁਨਿਆਦੀ ਸਵਾਲ ਬਿਲਕੁਲ ਹਾਂਜੀ ਬੁਨਿਆਦੀ ਚੀਜ਼ਾਂ ਨੇ ਉਹ ਵੀ ਚੀਜ਼ਾਂ ਸਾਤੋਂ ਬਾਅਦ ਆਜ਼ਾਦ ਹੋਏ ਲੋਕ ਸਾਤੋਂ ਅੱਗੇ ਨਿਕਲ ਗਏ। ਅੱਜ ਸਾਡੀ ਇਕਨੋਮੀ ਦਾ ਕੀ ਹਾਲ ਹੈ, ਕਿਸੇ ਨੂੰ ਕੋਈ ਚਿੰਤਾ ਨਹੀਂ। ਹਰ ਰੋਜ਼ ਜਿਹੜਾ ਨਵਾਂ ਇੱਕ ਫੰਡਾ ਜਿਹਦੇ 'ਚ ਅਸੀਂ ਫਸੇ ਹੋਏ ਹਾਂ, ਭਾਰਤ ਸਰਕਾਰ ਇੰਨਾ ਕਾਰਪੋਰੇਟਸ ਦੇ ਅੱਗੇ ਝੁਕ ਗਈ ਵੀ ਇੱਕ ਚੀਜ਼ ਕਾਰਪੋਰੇਟਸ ਨੂੰ ਵੇਚੀ ਜਾ ਰਹੀ ਹੈ। ਜਿਹੜੀਆਂ ਬੜੀ ਮਿਹਨਤ ਨਾਲ ਲੋਕਾਂ ਦੇ ਟੈਕਸ ਪੇਅਰ ਦੇ ਪੈਸੇ ਨਾਲ ਅਸੀਂ ਸੰਸਥਾਵਾਂ ਖੜੀਆਂ ਕੀਤੀਆਂ ਸੀ, ਉਹ ਸਾਰੀਆਂ ਵੇਚੀਆਂ ਜਾ ਰਹੀਆਂ। ਜਿਹੜੀਆਂ ਕਨਸਟੀਟਿਊਸ਼ਨਲ ਸੰਸਥਾਵਾਂ ਸੀ, ਜਿਨ੍ਹਾਂ ਤੇ ਲੋਕਾਂ ਨੂੰ ਆਸ ਸੀ, ਜੁਡੀਸ਼ਰੀ ਹੈ ਤੇ ਬਾਕੀ ਹਿਊਮਨ ਰਾਈਟਸ ਵਾਲੇ ਨੇ ਤੇ ਹੋਰ ਇੱਦਾਂ ਦੀਆਂ ਸੰਸਥਾਵਾਂ, ਉਹਨਾਂ ਸਾਰੀਆਂ ਦਾ ਉਹਨਾਂ ਨੂੰ ਇੱਕ ਤਰ੍ਹਾਂ ਬੰਦੀ ਬਣਾ ਲਿਆ ਗਿਆ ਤੇ ਲੋਕਾਂ ਦਾ ਵਿਸ਼ਵਾਸ ਉੱਠਦਾ ਜਾਂਦਾ। ਇਹ ਡੈਮੋਕ੍ਰੇਸੀ ਚੰਗਾ ਨਹੀਂ ਹੁੰਦਾ। ਤੁਹਾਨੂੰ ਲੱਗਦਾ ਇਹਨੂੰ ਬਦਲਣ ਲਈ ਫਿਰ ਕੁਝ ਕਰਨਾ ਚਾਹੀਦਾ ਹੈਗਾ? ਇਸੇ ਕਰਕੇ ਮੈਂ ਕਿਹਾ ਵੀ ਜੇ ਨਾ 22 ਦੀਆਂ ਚੋਣਾਂ 'ਚ 5 ਰਾਜਾਂ ਵਿੱਚ ਕੁਝ ਹਿਲਜੁਲ ਹੋ ਕੇ ਕੋਈ ਤਬਦੀਲੀ ਆਉਂਦੀ ਹੈ, ਲੋਕ ਦੁਖੀ ਤਾਂ ਹੈ, ਪਰ ਬਹੁਤ ਸਾਰਾ ਗਰੀਬੀ ਇੰਨੀ ਹੈ, ਢਿੱਡ ਜਿਹੜਾ ਨਾ ਇਹ ਮਨੁੱਖ ਨੂੰ ਕਿਤੇ ਵੀ ਲੈ ਜਾਂਦਾ ਹੈ। ਢਿੱਡ ਦੀ ਭੁੱਖ ਨੇ ਮਨੁੱਖ ਨੂੰ ਨੀਵਾਂ ਕਰ ਦਿੰਦਾ ਹੈ। ਤੇ ਇਹ ਜਿਹੜੇ ਪੋਲੀਟੀਸ਼ੀਅਨ ਨੇ ਇਹ ਢਿੱਡ ਦੀ ਭੁੱਖ ਨੂੰ ਕੈਸ਼ ਕਰਨ ਲੱਗ ਪਏ। ਜੇ ਕਿਤੇ ਇਹਦੀ ਬਜਾਏ ਉਹ ਨਵੀਂ ਇਕਨੋਮਿਕ ਪਾਲਿਸੀਜ਼ ਬਣਾਉਣੀਆਂ ਸ਼ੁਰੂ ਕਰਨ ਜਿਹਦੇ ਨਾਲ ਲੋਕਾਂ ਨੂੰ ਇਹਨਾਂ ਅਲਾਮਤਾਂ ਤੋਂ ਰਾਹਤ ਮਿਲੇ ਤੇ ਇਹ ਦੇਸ਼ ਲਈ ਸ਼ੁਭ ਸ਼ਗਨ ਹੋਏਗਾ। ਉਹਦੇ ਲਈ ਮੈਨੂੰ ਨਹੀਂ ਲੱਗਦਾ ਜਿਹੜੀ ਅੱਜ ਦਾ ਸੈਟਅਪ ਹੈ, ਪੋਲੀਟੀਕਲ ਸੈਟਅਪ ਹੈ, ਇਹਦੇ ਵਿੱਚੋਂ ਕੁਝ ਨਿਕਲੇਗਾ। ਜਿਹੜੀ ਸਾਡੀ ਯੰਗ ਜਨਰੇਸ਼ਨ ਹੈ, ਫਰਸਟ੍ਰੇਟਡ ਹੈ, ਉਹਨੂੰ ਫਰਸਟ੍ਰੇਸ਼ਨ ਚੋਂ ਬਾਹਰ ਆ ਕੇ ਉਹਨੂੰ ਲੀਡਰਸ਼ਿਪ ਸੰਭਾਲਣੀ ਪਏਗੀ, ਫਿਰ ਕੁਝ ਸੰਭਾਵਨਾ ਹੋ ਸਕਦੀ ਹੈ। ਅਦਰਵਾਈਜ਼ ਦੇਸ਼ ਠੀਕ ਦਿਸ਼ਾ ਵੱਲ ਨਹੀਂ ਜਾ ਰਿਹਾ। ਪੰਜਾਬ 'ਚ ਕੋਈ ਇਹ ਐਕਸਪੈਰੀਮੈਂਟ ਹੁੰਦਾ, ਤੁਹਾਡਾ ਹੱਥ ਉਹਨਾਂ ਦੇ ਸਿਰ ਤੇ ਰਹੂਗਾ ਜੇ ਕੁਝ ਇਸ ਤਰ੍ਹਾਂ ਉੱਭਰ ਆਉਂਦਾ ਹੈਗਾ? ਹਾਂ ਬਿਲਕੁਲ। ਜੇ ਕੋਈ ਦੇਸ਼ ਦੇ ਭਲੇ ਲਈ ਜਾਂ ਲੋਕਾਂ ਦੀਆਂ ਸਮੱਸਿਆਵਾਂ ਲਈ ਸੋਚਣ ਵਾਲੇ ਲੋਕ ਨਿਕਲਦੇ ਨੇ ਤਾਂ ਕਿਸੇ ਵੀ ਪਾਰਟੀ 'ਚ ਨਿਕਲਣ। ਸਾਨੂੰ ਇੱਕ ਨਵੀਂ ਜਿਹੜੀ ਹੈ ਨਾ, ਨਵੀਂ ਸੋਚ ਜਿਹੜੀ ਲੋਕ ਹਿੱਤ 'ਚ ਹੋਵੇ, ਉਹਨੂੰ ਅਸੀਂ ਹਰ ਤਰ੍ਹਾਂ ਨਾਲ ਆਪਣੇ ਵੱਲੋਂ ਸਮਰਥਨ ਦਿਆਂਗੇ। ਇਹਨਾਂ ਤਿੰਨ ਪਾਰਟੀਆਂ ਨੂੰ ਨਹੀਂ, ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ, ਦੇਖੋ ਇਹਨਾਂ ਦੇ ਵਿੱਚ ਵੀ ਅੱਛੇ ਬੰਦੇ ਬੈਠੇ ਨੇ, ਟ੍ਰੈਡੀਸ਼ਨਲ ਪੋਲੀਟੀਸ਼ੀਅਨ ਵੀ ਬੈਠੇ ਨੇ। ਹੁਣ ਲੋਕਾਂ ਨੇ ਅਸੀਂ ਵੀ ਆਵਾਜ਼ ਕਰਾਂਗੇ, ਲੋਕਾਂ ਨੂੰ ਵੀ ਆਵਾਜ਼ ਕਰਨਾ ਚਾਹੀਦਾ ਹੈ। ਧਰਮ ਦੇ ਨਾਂ ਤੇ, ਜਾਤ ਪਾਤ ਦੇ ਨਾਂ ਤੇ ਵੋਟਾਂ ਪਾ ਕੇ ਅਸੀਂ ਬਹੁਤ ਵਾਰੀ ਦੇਖ ਲਈਆਂ। ਹੁਣ ਕੁਝ ਕਿਸੇ ਪ੍ਰੋਗਰਾਮ ਤੇ ਵੋਟਾਂ ਪਾਈਏ ਔਰ ਉਹਨਾਂ ਬੰਦਿਆਂ ਨੂੰ ਪਾਈਏ ਜਿਨ੍ਹਾਂ ਦੀ ਕੁਝ ਕ੍ਰੈਡੀਬਿਲਿਟੀ ਹੋਵੇ, ਸੱਚੀ ਮੁੱਚੀ ਉਹ ਕੁਝ ਕਰਨਾ ਚਾਹੁੰਦੇ ਹੋਣ, ਤੇ ਫਿਰ ਤਬਦੀਲੀ ਆ ਸਕਦੀ ਹੈ। ਇਹ ਜਿਹੇ ਬੰਦੇ ਦੇਖਦੇ ਹੋ ਤੁਸੀਂ ਪੰਜਾਬ ਦੇ ਅੰਦਰ? ਇਹ ਹਾਲੇ ਤਾਂ ਸਾਰਾ ਧਿਆਨ ਮੋਰਚੇ ਤੇ ਕੇਂਦਰਿਤ ਹੈ। ਮੈਂ ਐਵੇਂ ਤੁਹਾਨੂੰ ਕਹਿ ਦਿਆਂ, ਹਾਲੇ ਇਸ ਪਾਸੇ ਕਦੀ ਸੋਚਿਆ ਹੀ ਨਹੀਂ। ਹਾਂ, ਇਹ ਜ਼ਰੂਰ ਮਨ ਦੀ ਇੱਛਾ ਜ਼ਰੂਰ ਹੈ ਵੀ ਕੁਝ ਨਿਕਲੇ, ਕੁਝ ਤਬਦੀਲੀ ਵਾਲਾ ਨਿਕਲੇ, ਦੇਸ਼ ਦਾ ਕੁਝ ਹੋਵੇ, ਇੱਕ ਐਸੀ ਸੇਧ ਬਣ ਜੇ ਜਿਹੜੀ 24 ਵਾਸਤੇ ਇੱਕ ਮਿਸਾਲ ਬਣ ਜੇ, ਜਿਹਨੂੰ ਦੇਖ ਕੇ ਜਿਹੜੇ ਦੂਜੀਆਂ ਸਟੇਟਾਂ ਨੇ ਉਹਨਾਂ 'ਚ ਵੀ ਲੋਕ ਇਹ ਸੋਚਣਾ ਸ਼ੁਰੂ ਕਰਨ ਵੀ ਸਾਨੂੰ ਇਹ ਕੁਝ ਕਰਨਾ ਚਾਹੀਦਾ ਹੈ। ਜੇ ਇਸ ਤਰ੍ਹਾਂ ਦਾ ਮੰਚ ਬਣ ਜਾਂਦਾ ਹੁਣੇ, ਜਦੋਂ ਤੁਹਾਡਾ ਅੰਦੋਲਨ ਵੀ ਚੱਲ ਰਿਹਾ, ਜੇ ਤੁਹਾਡੇ ਕੋਲ ਆ ਜਾਂਦਾ ਉਹ, ਮੰਨ ਲਓ ਕੁਝ ਲੋਕ ਬਣਾ ਕੇ ਕੋਈ ਨਵਾਂ ਐਕਸਪੈਰੀਮੈਂਟ ਮੰਨ ਲਓ ਕਰਦੇ ਹੈਗੇ, ਮੰਨ ਲਓ ਕਿ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ, ਤਾਂ ਕੀ ਤੁਸੀਂ ਮੈਂਟਲੀ ਪ੍ਰਿਪੇਅਰ ਉਹਨਾਂ ਨੂੰ ਕੁਝ ਕਹੋਗੇ ਜਾਂ ਕਹੋਗੇ ਭਾਈ ਤੁਸੀਂ ਆਪਣਾ ਕੰਮ ਕਰੋ, ਅਸੀਂ ਆਪਣਾ ਕਰ ਰਹੇ ਹਾਂ? ਨਹੀਂ, ਹਾਲੇ ਫਿਲਹਾਲ ਤਾਂ ਮੋਰਚੇ ਵਿੱਚ ਹੀ ਧਿਆਨ ਹੈ। ਉਹ ਤੋਂ ਬਾਅਦ ਅਸੀਂ ਕਿਸੇ ਨੂੰ ਵੀ ਜਿਹਦਾ ਕੋਈ ਕ੍ਰੈਡੀਬਲ ਕੋਈ ਗਰੁੱਪ ਹੋਏਗਾ, ਉਹਦੇ ਕ੍ਰੈਡੈਂਸ਼ੀਅਲਸ ਵਾਚ ਕਰਕੇ ਫਿਰ ਉਹ ਤੋਂ ਬਾਅਦ ਕੁਝ ਕਿਹਾ ਜਾ ਸਕਦਾ। ਰਾਜਾ ਸਾਹਿਬ, ਐਂ ਕਿਉਂ ਹੁੰਦਾ ਕਿ ਅੰਦੋਲਨ ਵੀ ਚੱਲ ਰਿਹਾ, ਸਭ ਕੁਝ ਹੈ, ਨਾਲ ਦੀ ਨਾਲ ਪੋਲੀਟੀਕਲ ਪਾਰਟੀਆਂ ਤੁਹਾਡੇ ਬਾਰੇ ਬਿਆਨ ਦੇ ਦਿੰਦੀਆਂ ਨੇ, ਜਾਂ ਉਹਨਾਂ ਨੂੰ ਲੱਗਦਾ ਤੁਸੀਂ ਨਿਰਪੱਖ ਨਹੀਂ ਹੈਗੇ, ਤੁਸੀਂ ਇੱਕ ਪੱਖੀ ਹੋਗੇ? ਦੇਖੋ ਜੀ, ਹਰ ਇੱਕ ਦੀ ਸੋਚ ਆਪੋ ਆਪਣੀ ਹੈ। ਮੈਨੂੰ ਆਪਣੀ ਆਦਤ ਮੁਤਾਬਕ ਝੂਠ ਬੋਲਣਾ ਨਹੀਂ ਆਉਂਦਾ, ਔਰ ਮੈਨੂੰ ਜੋ ਦਿਖਾਈ ਦਿੰਦਾ ਹੈ ਮੈਂ ਸਿੱਧਾ ਮੂੰਹ ਤੇ ਕਹਿਣਾ। ਮੈਂ ਲੋਕਾਂ ਵਾਂਗੂ ਗੋਲ ਮੋਲ ਗੱਲਾਂ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦਾ। ਤੋ ਜੇ ਕੋਈ ਇਹਨੂੰ ਗਲਤ ਸਮਝਦਾ, ਉਹਦੀ ਆਪਣੀ ਇੱਛਾ, ਮੈਨੂੰ ਉਹਦੇ ਨਾਲ ਕੋਈ ਵਿਰੋਧ ਬੈਰ ਨਹੀਂ, ਉਹਦੀ ਆਪਣੀ ਸੋਚ ਹੋ ਸਕਦੀ ਹੈ। ਅਕਾਲੀ ਦਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਆ ਕੇ ਕਿਉਂ ਕੀਤੀ ਚੰਡੀਗੜ੍ਹ ਰਾਜੇਵਾਲ ਸਾਹਿਬ ਨੇ, ਬਾਕੀ ਵੀ ਤਾਂ ਇੰਨੇ ਲੀਡਰ ਨੇ, ਅਸੀਂ ਉਹਨਾਂ ਦੀ ਬੜੇ ਸਤਿਕਾਰ ਕਰਦੇ ਹਾਂ ਤੁਹਾਨੂੰ ਕਿਹਾ, ਪਰ ਕਿਉਂ ਇਸ ਤਰ੍ਹਾਂ ਆ ਕੇ ਬੋਲੇ ਨੇਗੇ? ਯਾਦਵਿੰਦਰ ਜੀ, ਮੈਨੂੰ ਦੱਸਿਓ, ਉੱਥੇ ਬਹੁਤ ਕੁਝ ਹੁੰਦਾ, ਐਡਾ ਵੱਡਾ ਮੋਰਚਾ ਹੈ, ਉਹਦੇ ਵਿੱਚ ਬੜਾ ਕੁਝ ਹੁੰਦਾ ਹੈ। ਇਹ ਜਦੋਂ ਗਏ ਨੇ ਉੱਥੇ ਵੱਡੀ ਗਿਣਤੀ ਸਾਡੇ ਕੋਲ ਰਹੇ ਨੇ,
ਰਾਤ ਰਹੇ ਨੇ ਉੱਥੇ, ਤੇ ਉੱਥੇ ਕੁਝ ਪਹਿਲੀ ਵਾਰ ਦਿਨ ਤੁਹਾਡੇ ਕੋਲ ਰਹੇ ਨੇ। ਬੇਸ਼ੁਮਾਰ ਵੱਡੀ ਗਿਣਤੀ ਵਿੱਚ ਉੱਥੇ ਰਾਤ ਰਹੇ ਨੇ, ਸਵੇਰੇ ਉੱਠ ਕੇ ਉੱਥੋਂ ਖਾਣਾ ਖੁਣਾ ਖਾ ਕੇ ਅੱਗੇ ਦਿੱਲੀ ਵੱਲ ਨੂੰ ਗਏ ਨੇ। ਕੋਈ ਇਦਾਂ ਦੀ ਕੋਈ ਗੱਲ ਨਹੀਂ ਸੀ। ਹਾਂ, ਕੁਝ ਜਗ੍ਹਾ ਜਦੋਂ ਸਾਨੂੰ ਪਤਾ ਲੱਗਿਆ ਵੀ ਉੱਥੇ ਗੜਬੜ ਹੋ ਰਹੀ ਹੈ, ਸਾਡੇ ਜਿਹੜੇ ਵਲੰਟੀਅਰਸ ਨੇ ਫਟਾਫਟ ਭੱਜੇ ਉੱਥੇ, ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ, ਕੁਝ ਬੰਦੇ ਆਈਡੈਂਟੀਫਾਈ ਵੀ ਹੋ ਗਏ। ਪਰ ਇਹਨਾਂ ਨੂੰ ਜੇ ਇਹਨਾਂ ਨੂੰ ਮੋਰਚੇ ਦਾ ਇੰਨੇ ਹਿੱਤ ਸੀ, ਇਹਨੂੰ ਪਬਲਿਕ ਵਿੱਚ ਲਿਜਾਣ ਦੀ ਕੀ ਲੋੜ ਸੀ? ਸਾਡੇ ਕੋਲ ਇਹਨਾਂ ਦੇ ਜਿਹੜੇ ਲੀਡਰਸ ਨੇ, ਇਹਨਾਂ ਦੇ ਜਿਹੜੇ ਲੀਡਿੰਗ ਫਿਗਰਸ ਨੇ, ਉਹਨਾਂ ਦੀਆਂ ਸ਼ਰਾਬ ਦੀਆਂ ਬੋਤਲਾਂ ਕਾਰਾਂ 'ਚ ਪਈਆਂ, ਗਲਾਸ ਖਾਲੀ ਪਏ, ਕੁਝ ਨਮਕੀਨ ਪਿਆ, ਉਹ ਸਾਡੇ ਕੋਲ ਵੀਡੀਓਜ਼ ਹੈਗੀਆਂ। ਸਾਨੂੰ ਉਹਦੇ 'ਚੋਂ ਕੀ ਮਿਲੇਗਾ ਜੇ ਅਸੀਂ ਉਹਨਾਂ ਬੰਦਿਆਂ ਨੂੰ ਐਕਸਪੋਜ਼ ਕਰ ਦਿਆਂਗੇ? ਸਾਨੂੰ ਕੁਝ ਮਿਲਣ ਵਾਲਾ ਤਾਂ ਨਹੀਂ। ਐਵੇਂ 2 ਦਿਨ ਆਪਣੇ ਮਨ ਨੂੰ ਧਰਵਾਸ ਦੇ ਲਾਂਗੇ। ਇੱਕ ਮੋਰਚਾ ਹੈ ਜਿਹੜਾ ਸਾਰੇ ਦੇਸ਼ ਦੇ ਹਿੱਤ ਵਿੱਚ ਹੈ, ਜਿਹੜਾ ਬ੍ਰੇਕ ਲਾਈ ਖੜਾ ਕਾਰਪੋਰੇਟਸ ਨੂੰ ਇਸ ਦੇਸ਼ ਨੂੰ ਖਰੀਦਣ ਤੋਂ, ਤੇ ਉਸ ਮੋਰਚੇ ਨੂੰ ਤਕੜਾ ਕਰਨ ਦੀ ਬਜਾਏ ਤੁਸੀਂ ਉਹਦੀਆਂ, ਇਹ ਮੇਰੇ ਹਿਸਾਬ ਨਾਲ ਉਹਦੇ ਮੁਕਾਬਲੇ ਤੇ ਬਹੁਤ ਛੋਟੀਆਂ ਗੱਲਾਂ ਸੀ ਜਿਹੜੀਆਂ ਉਹਨਾਂ ਨੇ ਵੀਡੀਓਜ਼ ਜਾਰੀ ਕਰਕੇ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਇਹਦਾ ਜਵਾਬ ਦੇਣਾ ਬਹੁਤ ਜ਼ਰੂਰੀ ਸੀ। ਮੈਂ ਕੋਈ ਅਪਸ਼ਬਦ ਨਹੀਂ ਵਰਤਿਆ। ਮੈਂ ਉਹਨਾਂ ਨੂੰ ਇਹੋ ਕਿਹਾ, ਤੁਸੀਂ ਗਲਤ ਕੀਤਾ, ਤੁਸੀਂ ਮੋਰਚੇ ਦਾ ਨੁਕਸਾਨ ਕੀਤਾ। ਸਾਡੇ ਕੋਲ ਵੀ ਆ ਸਭ ਕੁਝ ਹੈਗਾ, ਪਰ ਅਸੀਂ ਇਹ ਤੁਹਾਡੇ ਵਾਂਗੂ ਦਿਖਾਉਣ ਵਾਲੇ ਨਹੀਂ। ਕਿਹੜੀ ਵੀਡੀਓ ਜਾਰੀ ਕੀਤੀ ਉਹਨਾਂ ਨੇ? ਉਹਨਾਂ ਨੇ ਕੋਈ ਲੋਕਾਂ ਦੀਆਂ ਜਾਰੀ ਕੀਤੀਆਂ, ਜਿਨ੍ਹਾਂ ਨੂੰ ਘੇਰਿਆ, ਉਹਨਾਂ ਨੂੰ ਹਰੈਸ ਕੀਤਾ ਲੋਕਾਂ ਨੇ। ਕੁਝ ਪਤਾ ਨਹੀਂ ਕੀ ਕੁਝ ਉਹਨਾਂ ਨੇ ਊਲ ਜਲੂਲ ਜੋ ਉਹਨਾਂ ਕੋਲ ਸੀ ਮਟੀਰੀਅਲ, ਉਹਨਾਂ ਨੇ ਅਗਲਾ ਪਿਛਲਾ ਕਿੱਥੋਂ ਦਾ ਚੱਕ ਕੇ ਉਹ ਐਕਸਪੋਜ਼ ਕਰਨ ਦੀ ਕੋਸ਼ਿਸ਼ ਕੀਤੀ। ਇਹ ਮੋਰਚੇ ਦੇ ਹਿੱਤ 'ਚ ਨਹੀਂ। ਇਸ ਵੇਲੇ ਮੋਰਚੇ 'ਚ ਸਾਡੇ ਨਾਲ ਖੜਨਾ ਚਾਹੀਦਾ ਸੀ। ਜੇ ਇਹੋ ਜਿਹੇ ਲੋਕਾਂ ਨੂੰ, ਜੇ ਉਹਨਾਂ ਨੇ ਜਿਹੜੇ ਘੇਰਦੇ ਸੀ, ਸਾਡੀ ਵਲੰਟੀਅਰ ਸੀਗੇ, ਉਹਨਾਂ ਨੂੰ ਬੁਲਾਉਂਦੇ, ਮੌਕੇ 'ਤੇ ਪਹੁੰਚਦੇ ਸੀ, ਪਰ ਭੱਜੇ ਹੀ ਰਹੇ ਸਾਰੀ ਰਾਤ। ਸਾਡੇ ਤਾਂ ਵਲੰਟੀਅਰਸ ਕੋਈ ਤਨਖਾਹ ਤਾਂ ਨਹੀਂ ਨਾ ਲੈਂਦਾ। ਇੱਥੇ ਤਾਂ ਲੋਕ ਸੇਵਾ ਵਜੋਂ ਕੰਮ ਕਰਦੇ ਨੇ, ਇਹਨਾਂ ਦਾ ਪੋਲੀਟੀਕਲ ਫਿਊਚਰ ਹੈ, ਇਹ ਤਾਂ ਉਹਦੇ ਵਾਸਤੇ ਕੰਮ ਕਰਦੇ ਨੇ। ਔਰ ਉੱਥੇ ਵੀ ਜੇ ਗਰਾਊਂਡ ਰਿਐਲਿਟੀ, ਮੈਂ ਫੇਰ ਉਹ ਸੱਚ ਕਹਿ ਦਿਆਂ, ਇਹ ਕੋਈ ਸਾਡੀ ਸਪੋਰਟ 'ਤੇ ਨਹੀਂ ਸੀ ਗਏ, ਇਹ ਤਾਂ ਅਕਾਲੀ ਦਲ ਜਿੰਦਾਬਾਦ ਕਰਨ ਗਏ ਸੀ। ਔਰ ਉੱਥੇ ਕਿਸੇ ਨੇ ਇਹਨਾਂ ਨੂੰ ਰੋਕਿਆ ਤੱਕ ਨਹੀਂ। ਕੀ ਕਹੋਗੇ? ਅਸੀਂ ਜਾਣਦੇ ਹਾਂ, ਸਾਨੂੰ 2 ਕਿਲੋਮੀਟਰ ਨਹੀਂ ਚੱਲਣ ਦਿੰਦੇ, ਜਦੋਂ ਪੁਲਿਸ ਵਾਲੇ ਫੜ ਲੈਂਦੇ ਆ। ਸਾਡੇ ਵਿੱਚੋਂ ਕਈ ਸਾਡੀ ਧਾਰਮਿਕ ਭਾਵਨਾਵਾਂ ਵੀ ਹੁੰਦੀਆਂ ਨੇ। ਕੋਈ ਪਰਿਵਾਰ ਆਉਂਦਾ ਹੈ, ਉਹ ਬੰਗਲਾ ਸਾਹਿਬ ਜਾਂਦਾ ਹੈ ਨਤਮਸਤਕ ਹੋਣ, ਉਹਨੂੰ ਪਰਿਵਾਰ ਨੂੰ ਫੜ ਕੇ ਬਿਠਾ ਲੈਂਦੇ ਨੇ ਪੁਲਿਸ ਵਾਲੇ। ਇਹ ਸਾਰੇ ਹੀ ਚਲੇ ਗਏ, ਕਿਸੇ ਨੇ ਪੁੱਛਿਆ ਤੱਕ ਵੀ ਨਹੀਂ, ਇੱਕ ਵੀ ਨਹੀਂ ਗ੍ਰਿਫਤਾਰ ਹੋਇਆ। ਲੀਡਰਾਂ ਦਾ ਦਿਖਾਵਾ ਜਿਹਾ ਕੀਤਾ ਗ੍ਰਿਫਤਾਰੀ ਦਾ, ਉਹਦੇ ਬਾਅਦ ਕਹਾਣੀ ਖਤਮ। ਕੋਈ ਸਾਡੇ 'ਤੇ ਤਾਂ ਝੱਟ ਪਾਣੀ ਮਾਰ ਦਿੰਦੇ ਨੇ ਵਿਛਾੜਾ, ਇਹਨਾਂ 'ਤੇ ਉਹ ਵੀ ਨਹੀਂ ਮਾਰੀਆਂ। ਬੈਰੀਕੇਡ ਤੋੜੇ ਤਾਂ ਨਹੀਂ ਇਹਨਾਂ ਨੂੰ ਕਿਸੇ ਨੇ ਕੁਝ ਕਿਹਾ। ਇਹਨੂੰ ਕੀ ਕਹੋਗੇ? ਤਾਂ ਫਿਰ ਜੇ ਇਹ ਸੱਚ ਕਹਿ ਦਿਓ, ਫਿਰ ਉਹਨਾਂ ਨੂੰ ਬੁਰਾ ਲੱਗਦਾ। ਇਹ ਮੈਨੂੰ ਅਫਸੋਸ ਹੈ। ਪਰ ਉਹ ਕਹਿੰਦੇ ਸਾਡੇ ਖਿਲਾਫ ਸਾਜ਼ਿਸ਼ ਹੁੰਦੀ ਹੈ, ਪੰਥਕ ਪਾਰਟੀ ਨੂੰ ਡੀਰੀਲ ਕਰਨ ਲਈ ਏਜੰਸੀਆਂ ਲੱਗੀਆਂ ਨੇ, ਪੰਥਕ ਪਾਰਟੀ ਨੂੰ ਡੀਰੀਲ ਕਰਨ ਲਈ ਬਹੁਤ ਸਾਰੇ ਲੋਕ ਲੱਗੇ ਹੋਏ ਨੇ, ਤੁਹਾਡੇ ਤੇ ਆ ਕੇ ਵੀ ਵਰ ਜਾਂਦੇ ਨੇ। ਜਿਹੜਾ ਪੰਥ ਉਹ ਕਹਿੰਦੇ ਨੇ ਨਾ, ਮੈਂ ਉਹ ਪੰਥ ਦਾ ਧਾਰਨੀ ਨਹੀਂ, ਮੈਂ ਵੀ ਅੰਮ੍ਰਿਤਧਾਰੀ ਹਾਂ। ਮੈਂ ਗੁਰੂ ਸਾਹਿਬ ਦੀ ਫਿਲਾਸਫੀ ਦਾ ਕੱਟੜ ਸਮਰਥਕ ਹਾਂ, ਉਹਦੀ ਲੀਹਾਂ 'ਤੇ ਚੱਲਣ ਵਾਲਾ। ਪਰ ਪੰਥ ਦੇ ਨਾਂ 'ਤੇ ਵਰਗਲਾਉਣਾ, ਹੁਣ ਮੈਨੂੰ ਇਹ ਕਹਿਣਾ ਪੈ ਰਿਹਾ, ਮੈਂ ਨਹੀਂ ਸੀ ਕਹਿਣਾ, ਤੁਸੀਂ ਸਵਾਲ ਕੀਤਾ ਹੈ। ਤੇ ਉਹ ਆਪਣਾ ਕੰਮ ਕਰਦੇ ਨੇ, ਅਸੀਂ ਆਪਣਾ ਕੰਮ ਕਰਦੇ ਹਾਂ। ਮੈਨੂੰ ਅਕਾਲੀ ਦਲ ਨਾਲ ਕੋਈ ਸਰੋਕਾਰ ਨਹੀਂ, ਮੈਨੂੰ ਉਹਨੂੰ ਬਦਨਾਮ ਕਰਕੇ ਕੁਝ ਨਹੀਂ ਲੱਭਦਾ, ਤੇ ਮੇਰਾ ਅਕਾਲੀ ਦਲ ਨਾਲ ਕੋਈ ਵਿਰੋਧ ਨਹੀਂ। ਪਰ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਜੇ ਉਹ ਕਹਿਣ ਵੀ ਠੇਕਾ ਅਸੀਂ ਉਹ ਲੈ ਲਿਆ ਪੰਥ ਦਾ, ਪੰਥ ਵੱਖਰੀ ਚੀਜ਼ ਹੈ, ਅਕਾਲੀ ਦਲ ਇੱਕ ਪੋਲੀਟੀਕਲ ਪਾਰਟੀ ਉਹ ਵੱਖਰੀ ਚੀਜ਼ ਹੈ। ਪੰਥ ਦਾ ਠੇਕਾ ਨਹੀਂ ਲੈਣਾ ਚਾਹੀਦਾ। ਤਾਂ ਮੈਨੂੰ ਅਫਸੋਸ ਹੈ ਉਹ ਇਹਨਾਂ ਗੱਲਾਂ 'ਚ, ਕਿਉਂਕਿ ਆਪ ਉਖੜੇ ਹੋਏ ਨੇ। ਰਿਐਲਿਟੀ ਇਹ ਵੀ ਹੈ ਵੀ ਉਹ ਆਪ ਉਖੜੇ ਹੋਏ ਨੇ, ਉਹ ਫਿਰ ਇਹੋ ਜਿਹੀਆਂ ਗੱਲਾਂ ਲੱਭਦੇ ਨੇ ਵਿੱਚੋਂ ਕੁਛ ਨਾ ਕੁਛ। 17 ਤਰੀਕ ਨੂੰ ਜਿਵੇਂ ਤੁਸੀਂ ਕਹਿੰਦੇ ਹੋ ਭਾਈ ਜੀ, ਜਿਹਨੇ ਜਾਣਾ ਉਹ ਪਾਰਲੀਮੈਂਟ ਵੱਲ ਚਲੇ ਜਾਓ, ਤਾਂ ਤੁਸੀਂ ਵੀ ਕਿਹਾ ਸੀ ਵੀ ਇੱਥੇ ਨਾ ਖਰਾਬ ਕਰੋ, ਇਹ ਕਿਹਾ ਸੀ ਤੁਸੀਂ? ਨਹੀਂ, ਤੁਸੀਂ ਤਾਂ ਕਿਹਾ ਪਾਰਲੀਮੈਂਟ ਸਾਹਮਣੇ ਖੜੋ। ਨਹੀਂ, ਮੈਂ ਇੱਕ ਅਪੀਲ ਕੀਤੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਤੁਸੀਂ ਆਪਣੇ MLAs ਤੇ ਆਪਣੇ MP ਉਹਨਾਂ ਨੂੰ ਲੈ ਕੇ ਪਾਰਲੀਮੈਂਟ ਅੱਗੇ ਬੈਠੋ, ਚਾਹੇ ਪ੍ਰਧਾਨ ਮੰਤਰੀ ਦੇ ਦਫ਼ਤਰ ਜਾ ਕੇ ਬੈਠੋ, ਕਿਤੇ ਬੈਠੋ, ਤੁਸੀਂ ਅੰਦੋਲਨ ਦੇ ਹੱਕ ਵਿੱਚ ਉੱਥੇ ਜਾ ਕੇ ਧਰਨਾ ਦਿਓ। ਅਸੀਂ ਇਹ ਨਹੀਂ ਸੀ ਕਿਹਾ ਵੀ ਆਮ ਲੋਕਾਂ ਨੂੰ ਉੱਥੇ ਲੈ ਕੇ ਜਾਓ। ਸਾਨੂੰ ਪਤਾ ਸੀ ਸਾਡੇ ਨਾਲ ਕਿੱਦਾਂ ਦਾ ਟਰੀਟਮੈਂਟ ਹੁੰਦਾ, ਅਸੀਂ ਆਮ ਲੋਕਾਂ ਨੂੰ ਉੱਥੇ ਕਿਉਂ ਖੱਜਲ ਖੁਆਰ ਕਰੀਏ। ਇਸੇ ਕਰਕੇ MP MLA ਦਾ ਕਿਹਾ ਸੀ, ਕਿਉਂਕਿ ਉਹਨਾਂ ਕੋਲ ਕੁਝ ਸਪੈਸ਼ਲ ਪ੍ਰਿਵਿਲੇਜ ਹੁੰਦੇ ਨੇ। ਉਹਨਾਂ ਨੂੰ ਫੜਨ ਵੇਲੇ ਪੁਲਿਸ ਨੂੰ ਸਪੀਕਰ ਤੋਂ ਮਨਜ਼ੂਰੀ ਲੈਣੀ ਪਏਗੀ ਵੀ ਤੁਹਾਡੇ MLA ਨੂੰ ਫੜਨ ਲੱਗੇ, ਅੰਦਰ ਦੇਣ ਲੱਗਿਆ, ਔਰ ਚਾਹੇ ਵਾਇਰਲੈਸ 'ਤੇ ਲੈਣ ਮਨਜ਼ੂਰੀ, ਲੋਕ ਸਭਾ ਦੇ ਰਾਜ ਸਭਾ ਦੇ ਸਪੀਕਰ ਚੇਅਰਮੈਨ ਤੋਂ ਮਨਜ਼ੂਰੀ ਲੈਣੀ ਪਏਗੀ। ਉਹਨਾਂ ਨੂੰ ਇੱਦਾਂ ਡੀਲ ਨਹੀਂ ਕਰ ਸਕਦੇ ਜਿੱਦਾਂ ਆਮ ਆਦਮੀ ਨੂੰ ਕਰਦੇ ਨੇ। ਇਸੇ ਕਰਕੇ ਸਾਰਾ ਸੋਚ ਕੇ ਮੈਂ ਅਪੀਲ ਕੀਤੀ ਸੀ ਵੀ ਆਪਣੇ MLA ਤੇ MPs ਨੂੰ ਲੈ ਕੇ ਜਾਓ। ਇਹ ਤਾਂ ਅਕਾਲੀ ਦਲ ਦੀ ਵਾਹਵਾ ਕਰਨ ਗਏ ਸੀ। ਪਰ ਚੰਦੂ ਮਾਜਰਾ ਕਹਿੰਦੇ ਸਾਡੇ ਨਾਲ ਸਮੱਸਿਆ ਕਿ ਅਸੀਂ ਤਾਂ ਅੰਦੋਲਨ ਨੂੰ ਮਜ਼ਬੂਤ ਹੀ ਕਰ ਰਹੇ ਹਾਂ ਨਾ, ਅਸੀਂ ਤਾਂ ਮਜ਼ਬੂਤ ਕਰਨ ਗਏ ਸੀ ਅੰਦੋਲਨ ਨੂੰ, ਅਸੀਂ ਕੋਈ ਅੰਦੋਲਨ ਦੇ ਵਿਰੋਧੀ ਤਾਂ ਨਹੀਂ ਆ।
ਪਰ ਫਿਰ ਵੀ ਸਾਡੇ ਨਾਲ ਭੇਦਭਾਵ ਪਤਾ ਨਹੀਂ ਕਿਉਂ ਆਗਾ। ਉਹਨਾਂ ਨੂੰ ਇਹ ਲੱਗਦਾ ਹੈ, ਪਰ ਮੈਨੂੰ ਦੱਸਿਓ ਹੁਣ ਉਹਨਾਂ ਨੇ ਮਜ਼ਬੂਤ ਕੀਤਾ ਅੰਦੋਲਨ ਨੂੰ ਬਦਨਾਮ ਕਰਕੇ। ਅੰਦੋਲਨ ਦੀ ਬਦਨਾਮੀ ਉਹਨੂੰ ਮਜ਼ਬੂਤ ਕਰਨਾ ਹੈ। ਜੇ ਇਹ ਪੈਮਾਨਾ ਹੈ ਤਾਂ ਮੈਂ ਉਹਨਾਂ ਨਾਲ ਸਹਿਮਤ। ਦੀ ਬਦਨਾਮੀ ਹੋਈ ਆ ਕਿਵੇਂ? ਉੱਥੇ ਜੀ ਸਾਡੇ ਬੰਦਿਆਂ ਨੂੰ ਲੁੱਟ ਲਏ ਜੀ, ਮਾਰ ਲਏ ਜੀ, ਇਦਾਂ ਦੀਆਂ ਗੱਲਾਂ ਕਰਨੀਆਂ। ਕੌਣ ਉੱਥੇ ਡਾਕੂ ਬੈਠਾ ਹੈ ਤੇ ਇਦਾਂ ਦੀਆਂ ਗੱਲਾਂ ਕਰਨੀਆਂ। ਤੁਹਾਨੂੰ ਲੱਗਦਾ ਜਿਹੜੇ ਕੁਝ ਜਿਹੜੇ ਬੰਦਿਆਂ ਨੇ ਮੰਨ ਲਓ ਜਿਵੇਂ ਕੁਝ ਵੀਡੀਓ ਅਕਾਲੀ ਦਲ ਨੇ ਜਾਰੀ ਕੀਤੇ ਆ, ਉਹ ਹੋਣਾ ਚਾਹੀਦਾ ਸੀ, ਨਹੀਂ ਹੋਣਾ ਚਾਹੀਦਾ ਸੀ? ਉਹ ਨਹੀਂ ਹੋਣਾ ਚਾਹੀਦਾ ਸੀ। ਯਾਦਵਿੰਦਰ ਜੀ, ਅਸੀਂ ਉੱਥੇ 10 ਮਹੀਨੇ ਦੇ ਤਕਰੀਬਨ ਬੈਠੇ ਹਾਂ। ਉੱਥੇ ਇੰਨੀਆਂ ਫੋਰਸਿਸ ਨੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਜਿਹੜੀਆਂ ਸਾਨੂੰ ਹਰ ਰੋਜ਼ ਪਰੇਸ਼ਾਨ ਕਰਦੀਆਂ ਨੇ। ਕਦੇ ਐਸੀਆਂ ਫੋਰਸਿਸ ਨੇ, ਕਦੇ ਕਿਸੇ ਦੀ ਲੱਤ ਬਾਂਹ ਵੱਢਤੀ, ਕਦੇ ਕਿਸੇ ਦਾ ਹੱਥ ਵੱਢਤਾ, ਕਦੇ ਕੋਈ ਟੈਂਪੂ ਲੁੱਟ ਲਿਆ ਆਟੇ ਦਾ। ਤੋ ਅਸੀਂ ਉਹਦੇ ਨਾਲ ਵੀ ਡੀਲ ਕਰਦੇ ਹਾਂ। ਸਾਨੂੰ ਉਹਨਾਂ ਲੋਕਾਂ ਦਾ ਜਿਨ੍ਹਾਂ ਦੇ ਨੁਕਸਾਨ ਕਰਦੇ ਨੇ, ਉਹਨਾਂ ਦਾ ਇਲਾਜ ਕਰਾਉਣਾ ਪੈਂਦਾ। 2-2 ਲੱਖ ਰੁਪਈਆ ਖਰਚ ਕੇ ਰੋਹਤਕ PGI 'ਚ ਉਹਨਾਂ ਦਾ ਇਲਾਜ ਵੀ ਕਰਾਉਂਦੇ ਹਾਂ। ਤੋ ਇਹ ਸਾਰੀਆਂ ਸਮੱਸਿਆਵਾਂ, ਪਰ ਅਸੀਂ ਇਹਨੂੰ ਇੱਦਾਂ ਨਹੀਂ ਪੇਸ਼ ਕਰਦੇ ਵੀ ਲੋਕੀ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਸਹਿਮ ਆਵੇ, ਮੋਰਚਾ ਚੜ੍ਹਦੀ ਕਲਾ 'ਚ ਨਾ ਰਹੇ। ਇਹ ਹਰ ਇੱਕ ਚੀਜ਼ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ, ਸਾਡੇ ਨਾਲ ਹੁੰਦੀ ਹੈ। ਕਈ ਲੋਕ ਐਵੇਂ ਨੇ ਜਿਹੜੇ ਖਾਲਿਸਤਾਨ ਦੇ ਵੀ ਗੱਲ ਕਰ ਦਿੰਦੇ ਨੇ, ਵਿੱਚ ਧਾਰਮਿਕ ਝੰਡੇ ਵੀ ਲਾ ਦਿੰਦੇ ਨੇ। ਮੈਂ ਬਤੌਰ ਸਿੱਖ ਮੈਂ ਉਹਨਾਂ ਦਾ ਵਿਰੋਧ ਕਦੇ ਨਹੀਂ ਕਰ ਸਕਦਾ, ਪਰ ਉੱਥੇ ਮੋਰਚਾ ਇੱਕ ਹੋਰ ਅਲੱਗ ਕਿਸਮ ਦਾ ਹੈ। ਉਹਦੇ ਮੁਤਾਬਕ ਚੱਲਣਾ ਚਾਹੀਦਾ। ਜਿਹੜੇ ਉੱਥੇ ਹਮਦਰਦੀ ਨਾਲ ਬੈਠੇ ਨੇ, ਉਹ ਜਿਹੜੇ ਬੈਠੇ ਨੇ, ਉਹ ਤਾਂ ਸਾਨੂੰ ਤੋੜਨ ਤੇ ਬੈਠੇ ਨੇ। ਕੋਈ ਮੈਨੂੰ ਗਾਲਾਂ ਕੱਢੀ ਜਾਂਦਾ, ਕੋਈ ਕਿਸੇ ਦੂਸਰੇ ਨੂੰ ਗਾਲਾਂ ਕੱਢੀ ਜਾਂਦਾ। ਉਹ ਸਾਰਾ ਕੁਝ ਅਸੀਂ ਸਹਿਨੇ ਆ। ਇਹਨਾਂ ਦਾ ਅਕਾਲੀ ਦਲ ਦਾ ਕਿਹੜਾ IT ਵਿੰਗ ਭਲਾ ਮਾਨਸ ਹੈ। ਮੈਂ 1 ਮਹੀਨੇ ਤੋਂ ਜਦੋਂ ਮੋਗੇ ਵਾਲਾ ਕਾਂਡ ਹੋਇਆ, ਇੰਨੀਆਂ ਗਾਲਾਂ ਖਾਧੀਆਂ ਇਹਨਾਂ ਕੋਲੋਂ, SOI ਵਾਲਿਆਂ ਕੋਲੋਂ ਤੇ ਇਹਨਾਂ ਦੇ IT ਸੈੱਲ ਤੋਂ। ਇਹ ਕਿਤੇ ਸੌਖਾ ਕੰਮ ਹੈ? ਮੈਂ ਤਾਂ ਨਹੀਂ ਕਿਹਾ ਇਹਨਾਂ ਨੂੰ ਕਦੇ। ਮੈਂ ਤਾਂ ਹੁਣ ਤੁਹਾਨੂੰ ਕੀ ਪਤਾ ਲੱਗਦਾ ਵੀ ਉਹਨਾਂ ਦਾ ਹੀ IT ਸੈੱਲ ਆ ਇਹ? ਨਹੀਂ, ਉਹ ਜਦੋਂ ਗਾਲਾਂ ਕੱਢਦੇ ਨੇ ਪਤਾ ਲੱਗ ਜਾਂਦਾ। ਕਈ ਲੈਂਗੁਏਜ, ਕਈ ਚੀਜ਼ਾਂ ਵਰਤਦੇ ਨੇ, ਉਹ ਕਈ ਗੱਲਾਂ ਕਹਿੰਦੇ ਨੇ, ਤੂੰ ਫਲਾਣਾ, ਤੂੰ ਫਲਾਣਾ। ਉਹ ਤੋਂ ਪਤਾ ਲੱਗ ਜਾਂਦਾ ਵੀ ਕੌਣ ਹੈ। ਇਹ ਤਾਂ ਤੁਸੀਂ ਰੋਜ਼ ਡੀਲ ਕਰਦੇ ਹੋਏ ਇਸ ਤੁਹਾਡੇ ਚੈਨਲ ਤੇ ਕੀ ਕੁਝ ਹੁੰਦਾ ਹੈ, ਉਹ ਤੁਹਾਨੂੰ ਸਭ ਪਤਾ। ਤੁਸੀਂ ਪਰਖ ਜਾਂਦੇ ਹੋ ਵੀ ਆਹ ਬੰਦਾ ਕਿੱਥੋਂ ਬੋਲਦਾ ਹੈ। ਰਾਜਾ ਸਾਹਿਬ, ਦੂਜੇ ਪਾਸੇ ਉਹ ਕਹਿੰਦੇ ਨੇ ਵੀ ਸਰਕਾਰ ਦੇ ਸਮਾਗਮ ਤਾਂ ਜਾਰੀ ਰਹਿੰਦੇ ਨੇ। ਚੰਨੀ ਤਾਂ ਹੁਣ ਚੰਨੀ ਜਾ ਰਹੇ ਨੇ। ਚੰਨੀ ਕਹਿੰਦੇ ਮੈਂ ਮੋਰਚੇ ਤੇ ਵੀ ਆਉਂਗਾ। ਤੇ ਸਾਡੇ ਨਾਲ ਵੱਲੋਂ ਅਕਾਲੀਆਂ ਨੂੰ ਐਂ ਲੱਗਦਾ ਵੀ ਸਾਡੇ ਨਾਲ ਜਿਹੜਾ ਹੈਗਾ ਬਹੁਤ ਹੀ ਜ਼ਬਰਦਸਤ ਭੇਦਭਾਵ, ਔਰ ਉਹਨਾਂ ਨੂੰ ਲੱਗਦਾ ਵੀ ਇੱਕ ਤਰ੍ਹਾਂ ਦੇ ਮੋਰਚਾ ਡਿਕਟੇਟਰ ਤੁਸੀਂ ਹੋ ਤੇ ਤੁਸੀਂ ਕਰਦੇ ਹੋ। ਨਹੀਂ, ਉਹ ਐਵੇਂ ਗਲਤ ਸੋਚਦੇ ਨੇ। ਇੱਥੇ ਅਸੀਂ ਬੱਤੀਆਂ ਦੀ ਸੋਚ ਚੱਲਦੀ ਹੈ, ਇਕੱਲਾ ਰਾਜੇਵਾਲ ਕੁਛ ਨਹੀਂ। ਰਾਜੇਵਾਲ ਦੀ ਵੀ ਵੋਟ ਇੱਕੋ ਹੈ ਉਹਨਾਂ ਬੱਤੀਆਂ ਦੇ ਵਿੱਚ ਜਿਹੜੀ ਬਾਕੀ ਕੱਤੀਆਂ ਦੀ ਹੈ। ਇਸ ਤਰ੍ਹਾਂ ਨਹੀਂ, ਅਸੀਂ ਕਲੈਕਟਿਵ ਫੈਸਲੇ ਲੈਂਦੇ ਹਾਂ ਬੈਠ ਕੇ, ਬੜੀ ਸੰਜੀਦਗੀ ਨਾਲ ਸੋਚ ਕੇ ਫੈਸਲੇ ਲੈਂਦੇ ਹਾਂ। ਇਹਨਾਂ ਨੂੰ ਐਵੇਂ ਗਲਤਫਹਿਮੀ ਹੈ। ਜੇ ਇਹਨਾਂ ਦੀ ਸਰਕਾਰ ਹੁੰਦੀ, ਇਹ ਛੋਟ ਅਸੀਂ ਇਹਨਾਂ ਨੂੰ ਵੀ ਦੇਣੀ ਸੀ ਵੀ ਜਿਹੜੇ ਸਰਕਾਰ ਚਲਾਉਣ ਵਾਸਤੇ ਜਿਹੜੇ ਕੰਮ ਨੇ, ਕੋਈ ਡਿਵੈਲਪਮੈਂਟ ਦਾ ਕੰਮ ਹੈ, ਉਹ ਤੁਸੀਂ ਕਰ ਲਓ। ਇਹਨਾਂ ਤੇ ਵੀ ਪਾਬੰਦੀ ਲਾਈ ਵੀ ਤੁਸੀਂ 50 ਤੋਂ ਵੱਧ ਬੰਦੇ ਨਹੀਂ ਇਕੱਠੇ ਕਰਨੇ। ਜੇ ਕਿਸੇ ਪਿੰਡ 'ਚ ਕੋਈ ਗ੍ਰਾਂਟ ਦੇਣ ਜਾਣਾ, ਜੇ ਵੱਡੀ ਰੈਲੀ ਕਰੋਗੇ ਅਸੀਂ ਉਹਦਾ ਵਿਰੋਧ ਕਰਾਂਗੇ। ਆ ਹੁਣੇ ਡੇਰਾ ਬਸੀ ਪ੍ਰੋਗਰਾਮ ਰੱਖਿਆ ਸੀ ਮਹਾਰਾਣੀ ਨੇ, ਤੇ ਅਸੀਂ ਨੋਟਿਸ ਦਿੱਤਾ। ਮੈਂ ਸਟੇਜ ਤੋਂ ਕਿਹਾ ਵੀ ਅਸੀਂ ਨਹੀਂ ਹੋਣ ਦੇਣਾ, ਉਹਨੇ ਪ੍ਰੋਗਰਾਮ ਕੈਂਸਲ ਕਰਤਾ। ਤੇ ਇਹ ਤਾਂ ਹਰ ਗੱਲ ਨੂੰ ਆਪਣੇ ਤੇ ਲਾ ਕੇ ਦੇਖਦੇ ਨੇ। ਸਾਡੀ ਕੋਈ ਇਦਾਂ ਦੀ ਮਨਸ਼ਾ ਨਹੀਂ। ਤੁਹਾਡੇ ਨਾਲ ਕਦੇ ਸੰਪਰਕ ਕੀਤਾ? ਕੱਲ੍ਹ 17 ਨੂੰ ਪ੍ਰੋਗਰਾਮ ਸੀ, ਤੁਹਾਡੇ ਮੋਰਚੇ ਨਾਲ ਸੰਪਰਕ ਕਰਦੇ ਆ, ਤੁਹਾਡੇ ਨਾਲ ਗੱਲ ਹੁੰਦੀ ਹੈਗੀ? ਉਹ ਕਹਿੰਦੇ ਗੁਰਾਹਾਂ ਨਾਲ ਤਾਂ ਸਾਡੀ ਗੱਲ ਹੁੰਦੀ ਹੈ। ਗੁਰਾਹਾਂ ਤਾਂ ਕਹਿੰਦੇ ਭਾਈ ਅਸੀਂ ਤਾਂ ਕੋਈ, ਉਹ ਕਹਿੰਦੇ ਰਾਜੇਵਾਲ ਰਾਜਨੇਤਾ ਬਣ ਚੁੱਕੇ ਨੇ, ਪੋਲੀਟੀਕਲ ਸਟੇਟਮੈਂਟਾਂ ਦਿੰਦੇ ਨੇ। ਚਲੋ ਜੋ ਮਰਜ਼ੀ ਆਖਣ, ਪਰ ਮੈਨੂੰ ਨਹੀਂ ਲੱਗਦਾ। ਜੋਗਿੰਦਰ ਸਿੰਘ ਗੁਰਾਹਾਂ ਸਾਡੇ ਨਾਲ ਹੀ ਨੇ, ਉਹਨਾਂ ਨਾਲ ਕਦੇ ਗੱਲ ਹੋਈ ਉਹ ਮੈਨੂੰ ਨਹੀਂ ਪਤਾ। ਮਾਰਾ ਨਹੀਂ ਕਿਹਾ ਗੱਲ, ਕਿਉਂਕਿ ਤੁਸੀਂ ਉਹਨਾਂ ਤੋਂ ਪੁੱਛੋ, ਮੈਨੂੰ ਨਹੀਂ ਪਤਾ। ਉਹ ਮਿਲੇ ਨੇ, ਬਜਾਏ ਮਿਲੇ ਨੇ, ਪਰ ਸਾਡਾ ਇਸ ਤਰ੍ਹਾਂ ਦਾ ਕੋਈ ਪੋਲੀਟਿਕਸ ਨਾਲ ਕੋਈ ਵਾਹ ਵਾਸਤਾ ਨਹੀਂ। ਇਹ ਇਹਨਾਂ ਨੂੰ ਲੱਗਦਾ ਹੋ, ਕਿਉਂਕਿ ਜਦ ਅੰਦਰ ਇੱਕ ਹੋਵੇ ਨਾ ਤੁਹਾਡੇ ਮੈਲ, ਫਿਰ ਤੁਸੀਂ ਹਰ ਗੱਲ ਉਸੇ ਪੈਮਾਨੇ ਨਾਲ ਦੇਖਦੇ ਹੋ। ਇਹਨਾਂ ਨੂੰ ਜੇ ਸੱਚ ਕਹਿ ਦਿਓ ਫਿਰ ਇਹਨੂੰ ਬੁਰਾ ਲੱਗਦਾ। ਫਿਰ ਇਹ ਕਹਿੰਦੇ ਨੇ ਪੋਲੀਟੀਕਲ ਗੱਲ ਕਰਤੀ, ਬੜਾ ਮਾੜਾ ਕਰਤਾ। ਮੈਂ ਕੀ ਕਿਹਾ ਜੀ? ਮੈਂ ਇਹਨਾਂ ਨੂੰ ਇਹੀ ਕਿਹਾ ਵੀ ਲੋਕ ਤਾਂ ਗੁੱਸੇ ਕਰਦੇ ਨੇ, ਅਸੀਂ ਤਾਂ ਨਹੀਂ ਕਹਿੰਦੇ। ਉਹਦੇ ਕਾਰਨ ਦੱਸੇ ਨੇ ਵੀ ਇਹਨਾਂ ਗੱਲਾਂ ਕਰਕੇ ਗੁੱਸੇ ਨੇ। ਲੋਕਾਂ 'ਚੋਂ ਇਹ ਗੱਲਾਂ ਦੂਰ ਕਰ ਦਿਓ, ਤੁਹਾਨੂੰ ਲੋਕ ਕੁਝ ਨਹੀਂ ਕਹਿੰਦੇ, ਲੋਕ ਤੁਹਾਡੇ ਨਾਲ ਤੁਰ ਪੈਣਗੇ, ਪਰ ਤੁਸੀਂ ਗੱਲਾਂ ਤਾਂ ਸਾਫ਼ ਕਰੋ। ਜਿਵੇਂ ਤੁਹਾਨੂੰ ਕੀ ਲੱਗਦਾ ਕਿਸਾਨੀ ਨੂੰ ਲੈ ਕੇ ਮੋਰਚੇ ਦੇ ਬਾਰੇ ਕੀ ਕਰਦੇ ਨੇ ਇਹ? ਦੇਖੋ, 3 ਕਾਨੂੰਨਾਂ ਦੀਆਂ ਇਹਨਾਂ ਦੀ ਵੀਡੀਓ ਵਾਇਰਲ ਹੋਈਆਂ। ਬਾਅਦ 'ਚ ਵੀ ਜਦੋਂ ਬੀਬਾ ਹਰਸਿਮਰਤ ਕੌਰ ਨੇ ਅਸਤੀਫਾ ਦਿੱਤਾ, ਉਹ ਤੋਂ ਬਾਅਦ ਵੀ ਉਹਨੇ ਕਿਹਾ ਕਾਨੂੰਨ ਬਹੁਤ ਅੱਛੇ ਨੇ। ਸਰ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਵੀਡੀਓ ਆਈ, ਉਹਨਾਂ ਨੇ ਕਿਹਾ ਕਾਨੂੰਨ ਬਹੁਤ ਅੱਛੇ ਨੇ। ਲੋਕ ਕਿਤੇ ਸਮਝਦੇ ਨਹੀਂ। ਫਿਰ ਜਿਹੜਾ ਇੱਕ ਪ੍ਰੋਸੈਸ ਹੈ, ਉਹ ਪ੍ਰੋਸੈਸ ਨੂੰ ਮੈਂ ਨਹੀਂ ਬਦਲ ਸਕਦਾ, ਤੁਸੀਂ ਨਹੀਂ ਬਦਲ ਸਕਦੇ। ਕੋਈ ਮੀਟਿੰਗ ਹੁੰਦੀ ਹੈ ਕੈਬਨਿਟ ਦੀ, ਉਹ ਤੋਂ ਪਹਿਲਾਂ ਸਾਰਾ
ਜੋ ਉਹਦੇ ਵਿੱਚ ਫੈਸਲਾ ਲੈਣਾ ਹੈ, ਉਹਦਾ ਕਾਗਜ਼ ਪੱਤਰ ਸਾਰੇ ਮਿਨਿਸਟਰ ਨੂੰ ਭੇਜਿਆ ਜਾਂਦਾ ਤਾਂ ਕਿ ਉਹ ਤਿਆਰ ਹੋ ਕੇ ਆਉਣ ਮੀਟਿੰਗ 'ਚ ਬੋਲਣ ਵਾਸਤੇ। ਇਹਨਾਂ ਨੂੰ ਵੀ ਗਏ ਹੋਣਗੇ ਤੇ ਉੱਥੇ ਕੀ ਕਿਹਾ ਇਹਨਾਂ ਨੇ, ਜੇ ਉੱਥੇ ਕੁਝ ਵਿਰੋਧ ਕੀਤਾ ਹੈ ਉਹਦੇ ਮਿੰਟਸ ਰਿਕਾਰਡ ਹੁੰਦੇ ਨੇ ਹੋਣਗੇ, ਫਿਰ ਦਿਖਾਉਣ ਦਾ ਲੋਕਾਂ ਨੂੰ। ਕਿਉਂ ਐਵੇਂ ਭਾਰ ਚੱਕੀ ਫਿਰਦੇ ਆ? ਜੇ ਸੱਚੇ ਨੇ ਤਾਂ ਦਿਖਾ ਦੇਣ। ਔਰ ਇਹੀ ਮੈਂ ਗੱਲ ਕਹੀ ਹੈ, ਮੈਂ ਇਹੀ ਕਿਹਾ ਹੈ ਵੀ ਲੋਕ ਤੁਹਾਡੇ ਤੇ ਇਲਜ਼ਾਮ ਲਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਕਲੀਅਰ ਕਰ ਦਿਓ। ਤੁਹਾਡੇ ਸੱਚੇ ਸੌਦੇ ਵਾਲੇ ਨਾਲ ਕੀ ਸੰਬੰਧ ਨੇ, ਲੋਕਾਂ ਨੂੰ ਕਲੀਅਰ ਕਰ ਦਿਓ। ਲੋਕ ਇਹਨਾਂ ਗੱਲਾਂ ਤੋਂ ਗੁੱਸੇ ਨੇ। ਪੰਜਾਬ ਦੇ ਲੋਕ ਐਡਾ ਲੰਬਾ ਸਮਾਂ ਇਹਨਾਂ ਨੇ ਰਾਜ ਕੀਤਾ ਹੈ, ਇਹਨਾਂ ਦੇ ਨਾਲ ਖੜੇ ਨੇ। ਲੋਕੀ ਸਮਝਦੇ ਨੇ ਵੀ ਅਕਾਲੀ ਦਲ ਕਿਹੋ ਜਿਹੀ ਪਾਰਟੀ ਹੈ, ਪਰ ਅੱਜ ਦੀ ਲੀਡਰਸ਼ਿਪ ਜਦੋਂ ਨਹੀਂ ਕਲੀਅਰ ਕਰਦੀ ਉਹ ਗੁੱਸੇ 'ਚ ਨੇ। ਉਹਨਾਂ ਨੂੰ ਇਹ ਲੱਗਦਾ ਗਾ ਕਿ ਇਹੀ ਜਿਹੀਆਂ ਗੱਲਾਂ ਤਾਂ ਸਾਰੀਆਂ ਕਾਂਗਰਸ ਨੇ 84 ਕੀਤਾ। ਆਮ ਆਦਮੀ ਪਾਰਟੀ ਬਾਰੇ ਵੀ ਸਵਾਲ ਉੱਠਦੇ ਨੇ, ਬਾਕੀ ਪਾਰਟੀਆਂ ਬਾਰੇ ਵੀ ਕੱਢ ਕੇ ਸਾਡੇ ਵਾਲਾ ਲੈ ਆਉਂਦੇ ਨੇ ਕਿ ਬਾਕੀਆਂ ਨਾਲ ਨਹੀਂ ਲਿਆਉਂਦੇ। ਜਾਂ ਤੁਹਾਨੂੰ ਲੱਗਦਾ ਵਿਰੋਧ ਕਰਦੇ ਤੁਸੀਂ ਤਾਂ ਬੋਲਦੇ? ਨਹੀਂ 84 ਕੀਤਾ। ਅੱਜ ਵੀ ਲੋਕ 84 ਭੁੱਲੇ ਨਹੀਂ। ਬਹੁਤ ਸਾਰੀ ਗਿਣਤੀ ਹੈ, ਵੱਡੀ ਗਿਣਤੀ ਹੈ ਜਿਹੜੀ ਅੱਜ ਵੀ 84 ਨੂੰ ਯਾਦ ਕਰਕੇ ਕਾਂਗਰਸ ਨੂੰ ਵੋਟ ਨਹੀਂ ਪਾਉਂਦੀ। ਪਰ ਉਹ ਹੁਣ ਸਾਰਾ ਕ੍ਰਿਸਟਲ ਕਲੀਅਰ ਹੈ ਲੋਕਾਂ ਨੂੰ ਵੀ ਕਿਉਂ ਕਿਹਨੇ ਕੀਤਾ। ਇਹ ਵੀ ਆਪਣੀ ਪੋਜੀਸ਼ਨ ਕਲੀਅਰ ਕਰ ਦੇਣ। ਇਹ ਛੁਪਾਉਂਦੇ ਕਿਉਂ ਨੇ, ਕਿਉਂ ਝੂਠ ਬੋਲਦੇ ਨੇ? ਤੇ ਜੇ ਉਹ ਕਿਸੇ ਨੇ ਕਹਿਤਾ, ਮੇਰੇ ਵਰਗੇ ਨੇ ਕਹਿਤਾ, ਮੈਂ ਇਹਨਾਂ ਦੇ ਹਿੱਤ 'ਚ ਕਿਹਾ ਜਿੰਨੀ ਦੇਰ ਤੱਕ, ਯਾਦ ਰੱਖਿਓ, ਜਿੰਨੀ ਦੇਰ ਤੱਕ ਇਹੋ ਜਿਹੀਆਂ ਗੱਲਾਂ ਇਹ ਕਲੀਅਰ ਨਹੀਂ ਕਰਨਗੇ ਲੋਕ ਇਹਨਾਂ ਨਾਲ ਗੁੱਸੇ ਹੀ ਰਹਿਣਗੇ। ਤੁਹਾਨੂੰ ਐਂ ਕਿਉਂ ਲੱਗਦਾ? ਮੈਨੂੰ ਲੱਗਦਾ ਜੇ ਗਰਾਊਂਡ ਤੇ ਦੇਖ ਰਹੇ ਹੋ ਤੁਸੀਂ? ਨਹੀਂ, ਗਰਾਊਂਡ ਤੇ ਦਿਸਦਾ ਜੀ। ਜਦੋਂ ਅਸੀਂ ਪਿੰਡਾਂ 'ਚ, ਸਾਡਾ ਜਥੇਬੰਦੀਆਂ ਦਾ ਬਾਹੀ ਪਿੰਡਾਂ ਨਾਲ ਹੈ। ਪਿੰਡਾਂ ਦੇ ਲੋਕ ਜੋ ਗੱਲਾਂ ਕਰਦੇ ਨੇ ਸੁਣੀ ਦੀਆਂ, ਸੁਣ ਕੇ ਉਹਨੂੰ ਪ੍ਰੋਸੈਸ ਕਰੀਦਾ ਆਪਣੇ ਮਨ ਵਿੱਚ ਕੀ ਕਿੱਧਰ ਨੂੰ ਜਾ ਰਹੀ ਹੈ ਗੱਲ। ਤਾਂ ਲੋਕੀ ਗੁੱਸੇ ਨੇ ਅਕਾਲੀ ਦਲ ਨਾਲ, ਔਰ ਲੋਕੀ ਗੁੱਸੇ ਨੇ ਕਾਂਗਰਸ ਨਾਲ ਵੀ। ਕਾਂਗਰਸ ਨੇ ਵੀ ਪਿਛਲੇ ਜਿਹੜੇ ਵਾਅਦੇ ਬੂਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ, ਉਹ ਤੋਂ ਗੁੱਸੇ ਨੇ। ਤਾਂ ਹਰ ਇੱਕ ਦਾ ਜੋ ਆ ਇੱਕ ਸਮਾਂ, ਇਹ ਮੋਰਚਾ ਇੱਕ ਐਸਾ ਹੈ ਵੀ ਇਹਨੇ ਲੋਕਾਂ ਨੂੰ ਬੋਲਣਾ ਸਿਖਾਤਾ। ਇਹ ਮੋਰਚੇ ਨੇ ਲੋਕਾਂ ਵਿੱਚ ਜਾਗਰੂਕਤਾ ਲੈ ਆਂਦੀ, ਸਵਾਲ ਕਰਨੇ ਸਿਖਾਤੇ। ਤਾਂ ਜਦੋਂ ਸਵਾਲ ਕਰਦੇ ਨੇ ਲੋਕ ਫਿਰ ਇਹਨਾਂ ਨੂੰ ਬੁਰਾ ਲੱਗਦਾ। ਇਹ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਲੋਕਾਂ 'ਤੇ ਗੁੱਸਾ ਕਰਦੇ ਨੇ। ਲੋਕਾਂ 'ਤੇ ਗੁੱਸਾ ਭਰੇ ਮਾਨਸੋ, ਤੁਸੀਂ ਰਾਜ ਭਾਗ ਕਰ ਲੈਣਾ ਹੈ, ਤੁਸੀਂ ਲੋਕਾਂ ਤੋਂ ਗੱਦੀ ਲੈਣੀ ਹੈ ਤੇ ਲੋਕਾਂ ਨੂੰ ਜਵਾਬ ਤਾਂ ਦੇਣਾ ਹੀ ਪਊਗਾ ਫਿਰ। ਅੱਛਾ, ਤੁਸੀਂ ਪ੍ਰੈਸ ਕਾਨਫਰੰਸ ਕੀਤੀ, ਉਹ ਸਪੈਸ਼ਲ ਪ੍ਰੈਸ ਕਾਨਫਰੰਸ ਦੀ ਲੋੜ ਕਿਉਂ ਪਈ? ਤੁਹਾਨੂੰ ਕਿਉਂ ਲੱਗਿਆ ਵੀ ਸਪੈਸ਼ਲ ਪ੍ਰੈਸ ਕਾਨਫਰੰਸ ਹੋਣੀ ਚਾਹੀਦੀ ਹੈ? ਕੋਈ ਬਿਆਨ ਵੀ ਜਾਰੀ ਕਰਦੇ ਤੁਸੀਂ ਮੋਰਚੇ ਤੋਂ ਕਰ ਸਕਦੇ ਸੀ ਚੰਡੀਗੜ੍ਹ ਆ ਕੇ। ਪਹਿਲਾਂ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਉਹਦੇ ਨਾਲ ਮੈਂ ਹਰਟ ਹੋਇਆ। ਮੈਨੂੰ ਲੱਗਿਆ ਵੀ ਸਾਡੇ ਮੋਰਚੇ ਤੇ ਅਟੈਕ ਕੀਤਾ ਇਹਨਾਂ ਨੇ, ਤੇ ਮੈਂ ਸਪੈਸ਼ਲ ਪ੍ਰੈਸ ਕਾਨਫਰੰਸ 'ਚ ਜਵਾਬ ਦੇਣ ਆਇਆ ਸੀ ਇਹਨਾਂ ਦਾ। ਹੁਣ ਇਹਨਾਂ ਨੇ ਕਰਤੀ, ਹੁਣ ਮੈਂ ਛੱਡਤਾ ਇਸ਼ੂ। ਹੁਣ ਬੋਲੀ ਜਾਣ, ਮੈਂ ਨਹੀਂ ਕੁਝ ਕਹਿੰਦਾ ਹੁਣ ਇਹਨਾਂ ਨੂੰ। ਅੱਛਾ ਰਾਜਾ ਸਾਹਿਬ, ਕੀ ਕਹਿਣਾ ਚਾਹੁੰਦੇ ਹੋ ਇਹੋ ਜਿਹੇ, ਜਿਵੇਂ ਮੰਨ ਲਓ ਦੇਖੋ, ਇੱਕ ਗੱਲ ਇਹ ਜੋਗਿੰਦਰ ਯਾਦਵ ਹੋਰਾਂ ਨੇ ਵੀ ਕਹੀ ਸੀ, ਕਈ ਹੋਰ ਲੀਡਰ ਵੀ ਜਦੋਂ ਮੁਜ਼ੱਫਰਨਗਰ ਹੋਈ ਸੀ, ਉਹ ਕਹਿੰਦੇ ਜੀ, ਜਿਵੇਂ ਜਾਂ ਗੁਰਾਹਾਂ ਵੀ ਕਹਿੰਦੇ ਨੇ ਵੀ ਮੁੱਖ ਦੁਸ਼ਮਣ ਕੌਣ ਆ, ਬਾਕੀ ਕੌਣ ਨੇ, ਵੀ ਮੁੱਖ ਤਾਂ ਬੀਜੇਪੀ ਹੈ, ਬਾਕੀਆਂ ਨਾਲ ਸਾਡਾ ਉਨਾ ਉਹ ਨਹੀਂ ਗਾ, ਬਾਕੀ ਸਾਨੂੰ ਸਪੋਰਟ ਵੀ ਕਰਦੇ ਆ। ਜੋਗਿੰਦਰ ਯਾਦਵ ਵੀ ਕਹਿੰਦੇ ਆ, ਗੁਰਾਹਾਂ ਵੀ ਕਹਿੰਦੇ ਆ। ਤੁਸੀਂ ਅਜਿਹੀ ਅਪੀਲ ਪਹਿਲਾਂ ਕੀਤੀ ਹੈ ਵੈਸੇ ਲੋਕਾਂ ਨੂੰ ਵੀ ਭਾਈ ਸਵਾਲ ਕਰੋ, ਵਿਰੋਧ ਨਾ ਕਰੋ। ਹੁਣ ਕੀ ਕਹਿਣਾ ਚਾਹੁੰਦੇ? ਜਿਹੜੀਆਂ ਗੱਲਾਂ ਹੋ ਜਾਂਦੀਆਂ ਨੇ ਜਿਨ੍ਹਾਂ ਤੇ ਉਹਨਾਂ ਨੂੰ ਲੱਗਿਆ ਹੋਊ ਵੀ ਇਸ ਦਾ ਇਕੱਠ ਲੈ ਕੇ ਗਏ, ਸਾਡੇ ਬੰਦਿਆਂ ਨੂੰ ਘੇਰ ਕੇ ਐਂ ਕੀਤਾ। ਦੇਖੋ ਜੀ, ਮੁੱਖ ਦੁਸ਼ਮਣ ਤਾਂ ਹੈਗੇ ਨੇ ਕਾਰਪੋਰੇਟਸ। ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ, ਭਾਜਪਾ, ਇਹ ਤਾਂ ਉਹਨਾਂ ਦੇ ਹੱਥ ਠੋਕੇ ਨੇ। ਇਹਨਾਂ ਨੇ ਆਪਣਾ ਰਾਜ ਭਾਗ ਬਚਾ ਕੇ ਰੱਖਣਾ, ਉਹਦੀ ਫੰਡਿੰਗ ਉਹ ਕਰਦੇ ਨੇ, ਸਾਰਾ ਕੁਝ ਡਿਕਟੇਟ ਉਹ ਕਰਾਉਂਦੇ ਨੇ। ਵਰਲਡ ਲੈਵਲ ਤੇ ਅੱਜ ਕਾਰਪੋਰੇਟ ਛਾਇਆ ਹੋਇਆ ਸਾਰੇ ਪੋਲੀਟੀਕਲ ਲੀਡਰਸ਼ਿਪ ਤੇ ਮੁੱਖ ਦੁਸ਼ਮਣ ਤਾਂ ਹੈਗੇ ਇਹ, ਕਿਉਂਕਿ ਉਹਨਾਂ ਦੇ ਡਾਇਰੈਕਸ਼ਨਸ ਨੂੰ ਇਹ ਇੰਪਲੀਮੈਂਟ ਕਰਦੇ ਨੇ। ਇਸ ਕਰਕੇ ਦੂਜੇ ਨੰਬਰ ਤੇ ਸਾਡੇ ਦੁਸ਼ਮਣ ਹੈਗੇ ਨੇ ਭਾਜਪਾ ਵਾਲੇ, ਜਿਹੜੇ ਅੱਜ ਕੱਲ੍ਹ ਰਾਜ ਭਾਗ ਕਰਦੇ ਨੇ। ਔਰ ਫਿਰ ਇੱਕ ਹੋਰ ਗੱਲੋਂ ਵੀ ਵੱਡੇ ਦੁਸ਼ਮਣ ਨੇ ਵੀ ਮੋਰਚੇ ਲੱਗਦੇ ਨੇ, ਮੋਰਚਿਆਂ ਵਿੱਚ ਲੋਕ ਮੰਗਾਂ ਲੈ ਕੇ ਆਉਂਦੇ ਨੇ। ਜਦ ਤੁਸੀਂ ਬੈਠ ਕੇ ਡਿਸਕਸ ਕਰ ਲਈਆਂ ਤੇ ਉਹਨਾਂ ਦੇ ਵਿੱਚ ਇਹ ਸਾਬਤ ਹੋ ਗਿਆ ਵੀ ਸਾਡੀਆਂ ਮੰਗਾਂ ਜਾਇਜ਼ ਨੇ, ਫਿਰ ਸਰਕਾਰ ਇੱਦਾਂ ਅੜਦੀ ਨਹੀਂ ਹੁੰਦੀ। ਤੁਸੀਂ ਜਨਵਰੀ ਮਹੀਨੇ ਤੋਂ ਬਾਅਦ ਅੱਜ ਤੱਕ ਸਰਕਾਰ ਅੜੀ ਬੈਠੀ ਹੈ। ਸਰਕਾਰ ਔਰ ਲੋਕ, ਉਹਨਾਂ ਦਾ ਰਿਸ਼ਤਾ ਕੀ ਹੁੰਦਾ ਜੀ? ਤੇ ਸਰਕਾਰ ਨੇ ਆਪਣਾ ਉਹ ਜਿਹੜਾ ਸੀ ਸਰਕਾਰ ਨੇ ਆਪਣਾ ਜਿਹੜਾ ਉਹ ਹੈਗਾ ਨਾ, ਇੱਕ ਤਾਕਤ ਮਿਲ ਗਈ, ਉਹ ਅਧਿਕਾਰ ਤਾਂ ਵਰਤਦੇ ਨੇ। ਲੋਕਾਂ ਪ੍ਰਤੀ ਜਿਹੜੀ ਜ਼ਿੰਮੇਵਾਰੀ ਹੈ ਉਹ ਭੁੱਲ ਗਏ। ਇਸੇ ਕਰਕੇ ਅੰਦੋਲਨ ਚੱਲਦਾ। ਅਦਰਵਾਈਜ਼ ਅੱਜ ਅੰਦੋਲਨ ਵਿੱਚ ਕੁਝ ਹੋਰ ਨਵਾਂ ਸਾਬਤ ਕਰਨ ਨੂੰ ਰਹਿ ਨਹੀਂ ਗਿਆ। ਮੇਰਾ ਸਵਾਲ ਦੱਸੇ ਇਸ ਗੱਲ ਨਾਲ ਜੁੜ ਕੇ ਸੀ ਕਿ ਜਿਹੜਾ ਵਿਰੋਧ ਜਦੋਂ ਹੋ ਜਾਂਦਾ ਹੈਗਾ ਨਾ, ਕਾਂਗਰਸੀ ਵੀ ਕਈ ਵਾਰ ਕਹਿੰਦੇ ਨੇ, ਆਪ ਵਾਲੇ ਕਹਿੰਦੇ ਨੇ, ਅਕਾਲੀ ਵੀ ਕਹਿੰਦੇ ਨੇ ਵੀ ਸਾਡਾ ਤੁਸੀਂ ਸਹੀ ਮੈਸੇਜ ਕਿਉਂ ਨਹੀਂ ਜਾਂਦਾ, ਬਿਨਾਂ ਗੱਲੋਂ ਸਾਨੂੰ ਇਹ ਕਰ ਲਿਆ ਜਾਂਦਾ। ਬਾਕੀ ਪਾਰਟੀਆਂ ਵਾਲੇ ਵੀ ਵਿੱਚ ਕਹਿੰਦੇ ਨੇ, ਕਿਉਂਕਿ ਘੇਰੇ ਤਾਂ ਸਾਰੇ ਹੀ ਗਏ ਨੇ,
ਕਾਂਗਰਸ ਉਹਨਾਂ ਬਾਰੇ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਤੁਹਾਡੀ ਸਟ੍ਰੈਟਜੀ ਕੀ ਹੈ ਜਾਂ ਤੁਹਾਡੀ ਪ੍ਰਿੰਸੀਪਲ ਪੋਜੀਸ਼ਨ ਕੀ ਹੈ? ਨੇ ਕਾਂਗਰਸ ਨੂੰ ਜੇ ਅਸੀਂ ਕਹਿੰਦੇ ਆ ਵੀ ਤੁਸੀਂ ਵਾਅਦਾ ਕੀਤਾ ਸਾਰਾ ਖਰਚਾ ਮਾਫ ਕਰਨ ਦਾ, ਆ ਡਰਾਮਾ ਜਿਹਾ ਕਿਉਂ ਕਰਦੇ ਹੋ? ਊਂਟ ਤੋਂ ਛਾਣਨੀ ਲਾਉਣ ਵਾਲਾ ਕੰਮ ਕਿਉਂ ਕਰਦੇ ਹੋ? ਤੁਸੀਂ ਇਹ ਵਾਅਦਾ ਪੂਰਾ ਨਹੀਂ ਕੀਤਾ, ਕਰੋ। ਜੇ ਕਹਿੰਦੇ ਉਹਨਾਂ ਨੂੰ ਲੱਗਦਾ ਵੀ ਇਹ ਕਿਉਂ ਕਹਿੰਦੇ ਨੇ, ਉਹੀ ਮੈਂ ਜਿਹੜੀ ਸ਼ੁਰੂ 'ਚ ਗੱਲ ਕੀਤੀ ਸੀ, ਪੋਲੀਟੀਕਲ ਲੀਡਰਸ਼ਿਪ ਜਿਹੜੀ ਅੱਜ ਆ ਗਈ ਉਹਦਾ ਨਿਸ਼ਾਨਾ ਸਿਰਫ ਰਾਜ ਭਾਗ ਦਾ ਆਨੰਦ ਮਨਾਉਣਾ, ਆਨੰਦ ਮਾਣਨਾ ਤੇ ਮਾਲ ਬਣਾਉਣਾ, ਕਿਉਂਕਿ ਇਹ ਹੁਣ ਪੋਲੀਟੀਸ਼ੀਅਨ ਦਾ ਬਿਜ਼ਨਸ ਹੋ ਗਿਆ, ਇਹ ਸੇਵਾ ਨਹੀਂ ਰਹੀ। ਤੋ ਉਹ ਜਦੋਂ ਕਿਸੇ ਦਾ ਵੀ ਕੁਝ ਕਹਿੰਦੇ ਆ ਉਹਨੂੰ ਹੁੰਦਾ ਵੀ ਮੇਰੇ ਤੋਂ ਵਿਰੁੱਧ ਬੋਲਦੇ ਨੇ। ਇਦਾਂ ਦੀ ਕੋਈ ਗੱਲ ਨਹੀਂ। ਹਾਂ, ਅਸੀਂ ਮੂੰਹ ਫਟਾਂ ਗੱਲ ਕਹਿੰਦੇ ਆ, ਸਾਫ਼ ਕਹਿੰਦੇ, ਇਹੀ ਤਾਂ ਲੋਕਾਂ ਨੂੰ ਸਿਖਾਉਂਦੇ ਆ ਵੀ ਮੂੰਹ ਤੇ ਗੱਲ ਕਹਿਣੀ ਸਿੱਖੋ। ਇਹਨਾਂ ਨੂੰ ਘੇਰੋ ਜਿਆਦਾ ਗਲਤ ਕਰਦੇ ਨੇ, ਤੋ ਉਹਨੂੰ ਫਿਰ ਜੇ ਵਿਰੋਧ ਸਮਝਦੇ ਨੇ ਸਮਝੀ ਜਾਣ। ਚੰਨੀ ਨੇ ਕਿਹਾ ਮੈਂ ਤੀਰਥ ਸਥਾਨ ਆ ਮੇਰੇ ਲਈ ਮੋਰਚਾ, ਜੇ ਆਉਂਦੇ ਆ ਤੁਸੀਂ ਸਵਾਗਤ ਕਰੋਗੇ? ਧੰਨਵਾਦ ਹੈ ਜੇ ਉਹ ਸਮਝਦਾ ਵੀ ਉਹ ਤੀਰਥ ਸਥਾਨ ਹੈ, ਪਰ ਉਹ ਬਾਕੀ ਜਿੱਦਾਂ ਪੋਲੀਟੀਸ਼ੀਅਨ ਆਉਂਦੇ ਨੇ ਉੱਦਾਂ ਹੀ ਆਵੇ, ਜੀ ਸਦਕੇ ਆ ਕੇ ਬੈਠੇ, ਲੋਕਾਂ ਦੀਆਂ ਗੱਲਾਂ ਸੁਣੇ, ਚਲਾ ਜਾਏ। ਪਰ ਅਸੀਂ ਸਟੇਜ ਸ਼ੇਅਰ ਕਿਸੇ ਨਾਲ ਨਹੀਂ ਕੀਤੀ, ਚਾਹੇ ਕੋਈ ਕਿੱਡਾ ਵੱਡਾ ਹੋਵੇ, ਅਸੀਂ ਕਿਸੇ ਨੂੰ ਸਟੇਜ ਤੇ ਨਹੀਂ ਜਾਣ ਦਿੰਦੇ। ਸਟੇਜ ਸ਼ੇਅਰ ਇਹਦੇ ਨਾਲ ਨਹੀਂ ਕਰਾਂਗੇ। ਵਿਰੋਧ ਜੇ ਮੰਨ ਲਓ ਫਿਰ ਮਸਲਾ ਇਹ ਹੋ ਜਾਂਦਾ ਨਾ ਕਿ ਬੰਦਾ ਵੈਸੇ ਵੀ ਆ ਰਿਹਾ, ਇਹ ਤਾਂ ਅਨੁਸ਼ਾਸਨ ਬਿਲਡ ਉੱਥੇ ਹੋਣਾ ਹੀ, ਕਰਨਾ ਹੀ ਚਾਹੀਦਾ ਵੀ ਭਾਈ ਕੋਈ ਵੀ ਆਵੇ, ਆਪਾਂ ਸਵਾਲ ਕਰਨੇ ਆ ਸਵਾਲ ਵੀ ਕਰ ਲਓ, ਪਰ ਸ਼ਾਂਤਮਈ ਤਰੀਕੇ ਨਾਲ ਆ ਕੇ ਆ ਰਿਹਾ ਹੈਗਾ। ਇਹਦੀ ਜੇ ਉਹ ਆਉਂਦੇ ਨੇ, ਕਿਵੇਂ ਪਿੱਛੇ ਜੇ ਹੋਇਆ ਜਦੋਂ ਕੋਈ ਆਉਂਦਾ ਵਿਰੋਧ ਹੋ ਜਾਂਦਾ ਹੈਗਾ। ਨਹੀਂ, ਉਹ ਸ਼ੁਰੂ ਵਿੱਚ ਸੀ ਕੁਝ ਹੋਇਆ, ਪਰ ਹੁਣ ਨਹੀਂ ਇਦਾਂ ਦਾ ਹੁੰਦਾ। ਹੁਣ ਤਾਂ ਜਾਂਦੇ ਨੇ ਲੀਡਰ, ਜਾਂਦੇ ਨੇ ਜਾ ਕੇ ਬੈਠ ਕੇ ਆ ਜਾਂਦੇ ਨੇ। ਹਰਿਆਣੇ ਦੇ ਲੀਡਰ ਆਏ ਹੀ ਨੇ, ਆ ਕੇ ਬੈਠ ਕੇ ਮੁੜ ਜਾਂਦੇ ਨੇ। ਕੋਈ ਸਪੀਚ ਨਹੀਂ ਕੀਤੀ ਕਿਸੇ ਨੇ, ਕੋਈ ਸਟੇਜ ਦੇ ਉੱਤੇ ਨਹੀਂ ਗਿਆ, ਸਾਹਮਣੇ ਲੋਕਾਂ ਦੇ ਵਿੱਚ ਬੈਠ ਕੇ ਚਲੇ ਗਏ ਆਪਣੀ ਹਾਜ਼ਰੀ ਲਵਾ ਕੇ। ਯਾਨੀ ਆਪਾਂ ਜੇ ਕਹਿਣਾ ਹੋਵੇ ਵੀ ਚੰਨੀ ਨੇ ਤਾਂ ਚਲੋ ਕਿਹਾ, ਜੇ ਸੁਖਬੀਰ ਬਾਦਲ ਆਉਣਾ ਚਾਹੁੰਦੇ ਨੇ, ਜੇ ਅਰਵਿੰਦ ਕੇਜਰੀਵਾਲ ਆਉਣਾ ਚਾਹੁੰਦੇ ਨੇ, ਕੋਈ ਵੀ ਆਵੇ ਤੁਹਾਡੇ ਵੱਲੋਂ ਖੁੱਲ੍ਹਾ ਸੱਦਾ। ਸਾਨੂੰ ਕੋਈ ਇਤਰਾਜ਼ ਨਹੀਂ, ਆ ਕੇ ਲੋਕਾਂ ਦੇ ਵਿੱਚ ਬੈਠਣ, ਆਪਣੀ ਹਾਜ਼ਰੀ ਲਵਾਉਣ, ਚਲੇ ਜਾਣ। ਪਰ ਅਸੀਂ ਕਿਸੇ ਨੂੰ ਸਪੈਸ਼ਲ ਸਟੇਟਸ ਦੇ ਕੇ ਉਹਨੂੰ ਹਾਰ ਲੈ ਕੇ ਨਹੀਂ ਰਿਸੀਵ ਕਰਨਾ। ਸਾਡੇ ਲਈ ਸਾਰੇ ਬਰਾਬਰ ਨੇ। ਇਹ ਆਉਣ ਵਾਲੇ ਦਿਨਾਂ ਦੇ ਅੰਦਰ ਅਗਰ ਇਸ ਤਰ੍ਹਾਂ ਆਉਂਦੇ ਨੇ ਤਾਂ ਤੁਹਾਡੇ ਵੱਲੋਂ ਇਹ ਇੱਕ ਸਟ੍ਰੈਟਜੀ ਹੋਏਗੀ ਕਿ ਭਾਈ ਮੰਨ ਲਓ ਚੰਨੀ ਆ ਜਾਣ, ਮੈਂ ਤਾਂ ਕਹਿ ਰਿਹਾ ਉਹਨਾਂ ਦੀ ਸਟੇਟਮੈਂਟ ਆਈ ਹੈ, ਤਾਂ ਉੱਥੇ ਇੰਤਜ਼ਾਮ ਹੋਏਗਾ ਕਿ ਤੁਹਾਡੇ ਵੱਲੋਂ ਅਨੁਸ਼ਾਸਨ 'ਚ ਰਹਿਣ ਸਾਰੇ। ਇੱਕ ਗੱਲ ਯਾਦਵਿੰਦਰ ਜੀ ਬੜੀ ਸਪਸ਼ਟ ਕਰਦੇ ਹਾਂ ਮੈਂ, ਇਹ ਸਾਡੀ ਸ਼ੁਰੂ ਤੋਂ ਹੀ ਪਾਲਿਸੀ ਰਹੀ ਹੈ, ਅੱਜ ਤੋਂ ਨਹੀਂ। ਉੱਥੇ ਗਿਣਤੀ ਐਡੀ ਵੱਡੀ ਆ, ਉਹਦੇ ਵਿੱਚ ਕੌਣ ਕਿਸ ਤਰ੍ਹਾਂ ਦਾ ਆ ਗਿਆ, ਉਹ ਨੋਕਾ ਟੋਕੀ ਕਰਦਾ ਹੈ, ਕੁਝ ਕਰਦਾ ਹੈ, ਜਦ ਨੂੰ ਅਸੀਂ ਜਾਂਦੇ ਹਾਂ, ਜਦ ਨੂੰ ਉਹ ਕਰ ਚੁੱਕਿਆ ਹੁੰਦਾ ਹੈ। ਤੋ ਇਹਨੂੰ ਜੇ ਇਸ ਤਰ੍ਹਾਂ ਲੈਣਾ ਵੀ ਇਹ ਜਿਹੜਾ ਹੈਗਾ ਕੋਈ ਸਾਡਾ ਪਾਲਿਸੀ ਡਿਸੀਜਨ ਹੈ ਉਹਨਾਂ ਦਾ ਵਿਰੋਧ ਕਰਨਾ, ਇਦਾਂ ਦੀ ਕੋਈ ਗੱਲ ਨਹੀਂ ਹੈ। ਇਹ ਅਸੀਂ ਪਹਿਲੇ ਦਿਨ ਤੋਂ ਹੀ ਨਹੀਂ ਕੀਤਾ। ਜਿਵੇਂ ਅਕਾਲੀ ਦਲ ਨੇ ਵੀ ਕਿਹਾ ਉਸ ਤਾਂ ਮੰਨਦੀ ਹੋ ਕਿ ਉੱਥੇ ਏਜੰਸੀਆਂ ਦੇ ਬੰਦੇ ਹੈਗੇ, ਇਸ ਤਰ੍ਹਾਂ ਦੀ ਤੁਸੀਂ ਗੱਲ ਮੰਨਦੇ ਹੋਗੇ, ਤਾਂ ਫਿਰ ਉਹਨਾਂ ਨਾਲ ਡੀਲ ਜਿਹੜੀ ਗੱਲ ਹੈਗੀ, ਜਿਹੜੇ ਗੜਬੜ ਕਰਨ ਵਾਲੇ ਤੁਹਾਨੂੰ ਲੱਗਦਾ ਜਾਣਬੁੱਝ ਕੇ, ਤੁਹਾਡੇ ਮੁਤਾਬਕ ਉਹ ਜਾਣਬੁੱਝ ਕੇ ਗੜਬੜ ਕਰਦੇ ਨੇ? ਕੁਝ ਲੋਕ ਇਹੋ ਜਿਹੇ ਜਿਹੜੇ ਏਜੰਸੀਆਂ ਨੇ ਛੱਡੇ ਹੋਏ ਨੇ। ਦੇਖੋ ਜੀ, ਐਡਾ ਵੱਡਾ ਸਮਾਜ ਹੈ, ਇਹਦੇ 'ਚ ਹਰ ਤਰ੍ਹਾਂ ਦਾ ਐਲੀਮੈਂਟ ਹੈਗਾ ਅਵੇਲੇਬਲ। ਤੋ ਜੇ ਤੁਸੀਂ ਇਹ ਕਹੋ ਹਰ ਤਰ੍ਹਾਂ ਤੁਸੀਂ ਓਮਨੀ ਪ੍ਰੈਜ਼ੈਂਟ ਤਾਂ ਹੋ ਨਹੀਂ, ਵੀ ਜਿੱਥੇ ਕੋਈ ਗੜਬੜ ਹੋਣੀ ਹੈ ਤੁਸੀਂ ਉੱਥੇ ਜਦੇ ਖੜੇ ਹੋ ਜਾਓ, ਦੇਵਤਿਆਂ ਵਾਂਗੂ ਜਾ ਕੇ ਉੱਥੇ ਵਿੱਚ ਜਾ ਕੇ ਛਾਲ ਮਾਰਤੀ, ਇਦਾਂ ਤਾਂ ਹੁੰਦਾ ਨਹੀਂ। ਪਹਿਲਾਂ ਤੁਹਾਡੀ ਸਿਕਿਉਰਿਟੀ ਬੜੀ ਟਾਈਟ ਹੁੰਦੀ ਸੀ, ਅਸੀਂ ਦੇਖਿਆ 2-3-2.5 ਮਹੀਨੇ ਤਾਂ ਮੈਂ ਲਗਾਤਾਰ ਰਿਹਾ ਉੱਥੇ, ਉਦੋਂ ਬੜਾ ਮਤਲਬ ਮਾੜੀ ਜੀ ਗੱਲ ਹੁੰਦੀ ਸੀ। ਹੁਣ ਥੋੜਾ ਜਿਹਾ ਉਸ ਤਰ੍ਹਾਂ ਦੀ ਸਿਕਿਉਰਿਟੀ ਵਾਲਾ ਮਸਲਾ ਵੀ ਦੇਖਣ ਨੂੰ ਲੱਗਦਾ ਹੈਗਾ। ਨਹੀਂ, ਟੀਮਾਂ ਤੁਹਾਡੀਆਂ ਬੜੀਆਂ ਸਟਰੋਂਗ ਸੀ ਪਹਿਲਾਂ। ਨਹੀਂ, ਹੁਣ ਵੀ ਹੈਗੀਆਂ ਸਟਰੋਂਗ, ਪਰ ਕੁਛ ਜਦੋਂ ਫੀਲਡ ਵਿੱਚ ਪ੍ਰੋਗਰਾਮ ਦੇਣੇ ਹੁੰਦੇ ਨਾ, ਫਿਰ ਕੁਝ ਫੋਰਸ ਉਧਰ ਵੀ ਨਿਕਲ ਜਾਂਦੀ ਹੈ। ਇਦਾਂ ਦੀ ਇਹ ਨਹੀਂ ਹੈ ਵੀ ਕਿਸੇ ਗੱਲੋਂ ਅਸੀਂ ਆਪਣੇ ਵੱਲੋਂ ਕੋਈ ਪਾਲਿਸੀ ਡਿਸੀਜਨ ਕੋਈ ਨਹੀਂ ਹੈ ਵੀ ਅਸੀਂ ਕਿਸੇ ਦਾ ਵਿਰੋਧ ਕਰਨਾ ਹੈ, ਕਿਸੇ ਦਾ ਬੇਇੱਜ਼ਤੀ ਕਰਨੀ। ਬੇਇੱਜ਼ਤੀ ਤਾਂ ਸ਼ਬਦ ਹੀ ਕੱਢ ਦਿਓ ਸਾਡੀ ਬੱਤੀਆਂ ਦੇ ਵਿੱਚੋਂ, ਕੋਈ ਇਦਾਂ ਦਾ ਸੋਚਦਾ ਵੀ ਨਹੀਂ ਹੈ ਕਿਸੇ ਵੀ ਪਾਰਟੀ ਦਾ, ਕਿਸੇ ਵੀ ਵਿਚਾਰ ਦਾ, ਕਿਸੇ ਵੀ। ਸਾਡਾ ਵਿਰੋਧ ਹੈ, ਖਿਆਲਾਂ ਦਾ ਵਿਰੋਧ ਹੈ। ਇਟ ਡਜ਼ਨਟ ਮੀਨ ਵੀ ਅਸੀਂ ਜਾ ਕੇ ਉਹਨੂੰ ਗਲੋਂ ਫੜਨਾ, ਇਹ ਨਹੀਂ। ਅਸੀਂ ਪ੍ਰੈਸ ਵਿੱਚ ਜਾਵਾਂਗੇ, ਉਹਦੇ ਖਿਲਾਫ ਕੁਝ ਵੀ ਕਹਾਂਗੇ, ਉਹ ਸਾਡਾ ਅਧਿਕਾਰ ਹੈ। ਪਰ ਇਹ ਨਹੀਂ ਵੀ ਕਿਸੇ ਨੂੰ ਹਿਊਮਿਲੇਟ ਕਰਨ ਵਾਸਤੇ ਅਸੀਂ ਜਾ ਕੇ ਪਬਲਿਕ 'ਚ ਉਹਨੂੰ ਬੇਇੱਜ਼ਤ ਕਰਾਂਗੇ, ਇਹ ਸਾਡੀ ਪਾਲਿਸੀ ਨਹੀਂ। ਅਕਾਲੀ ਦਲ ਨੂੰ ਸ਼ਾਇਦ ਤਾਂ ਵੀ ਲੱਗਦਾ ਹੋਵੇਗਾ ਜਿਸ ਦਿਨ ਸੁਖਬੀਰ ਹੋਰੀ ਜਾ ਰਹੇ ਸੀ, ਇੱਥੇ ਕਾਲੀਆਂ ਝੰਡੀਆਂ ਵੀ ਦਿਖਾਈਆਂ ਗਈਆਂ, ਉਹ ਵੀਡੀਓ ਵੀ ਤੁਸੀਂ ਦੇਖਿਆ ਹੋਊਗਾ। ਉਹਨਾਂ ਦਾ ਨੈਰੇਟਿਵ ਹੈ ਜਦੋਂ ਉਹਨਾਂ ਕੋਲ ਬੈਠੀ ਦਾਗਾ, ਜਾਂ ਉਹਨਾਂ ਦੇ ਲੀਡਰ ਜਦੋਂ ਕਹਿੰਦੇ ਆ ਕਿ ਜੀ ਐਡੀ ਵੀ ਕੀ ਗੱਲ ਹੋਊਗੀ, ਅਸੀਂ ਵੀ ਟਾਰਗੇਟ 'ਤੇ ਕਿਉਂ, ਸਾਡੇ ਵਿਰੁੱਧ ਸਾਜ਼ਿਸ਼ ਹੋ ਰਹੀ ਹੈ, ਇਹਦੇ 'ਚ ਸੈਂਟਰ ਵੀ ਮਿਲਿਆ ਹੋਇਆ, ਸਾਨੂੰ ਸਪੈਸ਼ਲੀ ਬਦਨਾਮ ਡਿਸਕ੍ਰੈਡਿਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਮੈਂ ਉਹਨਾਂ ਨੂੰ ਇਸੇ ਕਰਕੇ ਉਹ ਸੁਝਾਅ ਦਿੱਤਾ ਸੀ ਨਾ, ਪਿੰਡਾਂ 'ਚ ਵੀ ਜਾਂਦੇ ਨੇ ਤਾਂ ਵੀ ਕਾਲੀਆਂ ਝੰਡੀਆਂ ਦਿਖਾਉਂਦੇ ਨੇ ਲੋਕ। ਮਾਛੀਵਾੜੇ ਆਏ, ਸਮਰਾਲੇ 'ਚ ਆਏ, ਕਈ ਜਗ੍ਹਾ, ਹਰ ਜਗ੍ਹਾ ਤੋਂ ਇਹਨਾਂ ਨੂੰ ਆਪਣਾ ਰੂਟ ਬਦਲ ਕੇ ਜਾਣਾ ਪਿਆ। ਲੋਕੀ ਬਾਹਰ ਨਿਕਲੇ, ਉਹ ਜਥੇਬੰਦੀਆਂ ਦੇ ਨਹੀਂ ਸੀ, ਹਾਲੇ ਸਾਡੀ ਜਥੇਬੰਦੀ ਦੇ ਬੰਦੇ ਸੀ ਜਿਨ੍ਹਾਂ ਨੇ ਕੁਝ ਗੱਡੀਆਂ ਭੇਜੀਆਂ ਹੋਈਆਂ ਕਿਸੇ ਦੀਆਂ, ਪੁਲਿਸ ਨੂੰ ਫੜਾਈਆਂ,
ਵੀ ਆਹ ਗੱਡੀਆਂ ਤੇ ਅੱਖ ਰੱਖੋ, ਇਹਨਾਂ ਦੇ ਵਿੱਚ ਡੰਡੇ ਰੱਖੇ ਹੋਏ ਨੇ, ਹਥਿਆਰ ਰੱਖੇ ਹੋਏ ਨੇ, ਇਹਨਾਂ ਨੂੰ ਫੜੋ। ਤੇ ਇਹ ਸਾਡਾ ਇਦਾਂ ਦਾ ਕੋਈ ਮੋਟਿਵ ਨਹੀਂ, ਕਿਸੇ ਤਰ੍ਹਾਂ ਦਾ ਵੀ ਵਾਇਲੈਂਸ ਲਿਆਉਣ ਦਾ ਮੋਟਿਵ ਹੈ ਨਹੀਂ। ਇਸ ਕਰਕੇ ਮੈਂ ਸਮਝਦਾ ਵੀ ਇਹ ਤਾਂ ਇਹ ਗਲਤ ਸੋਚਦੇ ਨੇ। ਜਦੋਂ ਪਿੰਡਾਂ 'ਚ ਜਾਂਦੇ ਨੇ ਲੋਕ ਆਪਣੇ ਆਪ ਕਾਲੇ ਝੰਡੇ ਦਿਖਾਉਂਦੇ ਨੇ, ਉੱਥੇ ਅਸੀਂ ਤਾਂ ਨਹੀਂ ਕਹਿੰਦੇ ਕਿਸੇ ਨੂੰ। ਫਿਰ ਇਹਨਾਂ ਨੂੰ ਆਪਣਾ ਜਿਹੜਾ ਅੰਦਰ ਉਹ ਪੜਚੋਲ ਕਰਨੀ ਚਾਹੀਦੀ ਹੈ। ਧੰਨਵਾਦ ਰਾਜੇਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਟਾਈਮ ਦੇਣ ਲਈ। ਇਹ ਸਨ ਸਰਦਾਰ ਬਲਬੀਰ ਸਿੰਘ ਰਾਜੇਵਾਲ, ਜਿਹੜੇ ਦਿੱਲੀ ਨੂੰ ਜਾ ਰਹੇ ਸੀ, ਤਾਂ ਸਾਨੂੰ ਲੱਗਿਆ ਬੜੀ ਅਹਿਮ ਡਿਵੈਲਪਮੈਂਟਾਂ ਹੋਈਆਂ ਨੇ, ਜ਼ਰੂਰੀ ਸੀ ਉਹਨਾਂ ਦਾ ਇਹ ਸਾਰੇ ਮਸਲਿਆਂ ਦੇ ਉੱਤੇ ਸਾਨੂੰ ਲੱਗਿਆ ਬਿਆਨ ਆਵੇ ਕੀ ਉਹ ਸੋਚ ਰਹੇ ਨੇ। ਔਰ ਆਉਣ ਵਾਲੇ ਦਿਨਾਂ ਦੇ ਅੰਦਰ ਖਾਸ ਜਿਵੇਂ ਉਹਨਾਂ ਨੇ ਕਿਹਾ ਕਿ ਸਾਡਾ ਮੋਰਚਾ ਉਵੇਂ ਡਟਿਆ ਹੋਇਆ ਅਨੁਸ਼ਾਸਨ 'ਚ ਆ, ਤੇ ਕੋਈ ਵੀ ਪੋਲੀਟੀਕਲ ਪਾਰਟੀ ਆ ਸਕਦੀ ਹੈ, ਪਰ ਆ ਕੇ ਜਨਤਾ 'ਚ ਬੈਠੇ, ਅਸੀਂ ਉਹਨਾਂ ਦੇ ਨਾਲ ਕੋਈ ਸਵਾਗਤ ਨਹੀਂ ਕਰਾਂਗੇ। ਉਹ ਬੈਠਣ ਤੇ ਸਾਡਾ ਉਹਨਾਂ ਨਾਲ ਕੋਈ ਵਿਰੋਧ ਨਹੀਂ ਆ, ਔਰ ਨਾ ਹੀ ਅਸੀਂ ਜਾਣ ਬੁੱਝ ਕੇ ਕਿਸੇ ਦਾ ਵਿਰੋਧ ਕਰ ਰਹੇ ਹਾਂ।